प्रोफैसर प्रिंसीपल प्रभजोत कौर जी फ्राम चंडीगढ़। वाहिगुरु जी का खालसा, वाहिगुरु जी की फतेह। हाँ जी प्रिंसिपल साहब, हेलो। हाँ जी, वाहिगुरु जी का खालसा, वाहिगुरु वाहिगुरु जी की फतेह जी सारी संगत ਨੂੰ। सो मैं ਅੱਜ ਫਿਰ ਮੈਨੂੰ ਮੌਕਾ ਮਿਲਿਆ ਆਪ ਸਭ ਦੇ ਸਾਹਮਣੇ ਆਉਣ ਦਾ। ਜਿੰਨੀ ਕੁ ਗੁਰੂ ਨੇ ਬਖਸ਼ਿਸ਼ ਕੀਤੀ ਉਹਨੂੰ ਕੁ ਵਿਚਾਰ ਰੱਖਣ ਦੀ ਕੋਸ਼ਿਸ਼ ਕਰਾਂਗੇ। ਅੱਜ ਟੌਪਿਕ ਜੋ ਹੈ ਮੇਰਾ, ਦ ਮਿਰੇਕਲਸ ਗੁਰੂ ਮੇਡ। ਗੁਰੂ ਸਾਹਿਬ ਨੇ ਕੀ ਮਿਰੇਕਲ ਕੀਤੇ? ਆਮ ਤੌਰ ਤੇ ਸਾਨੂੰ ਅਸੀਂ ਮਿਰੇਕਲ ਨਾਮ ਤੋਂ ਥੋੜਾ ਜਿਹਾ ਸਾਨੂੰ ਅਸੀਂ ਸਮਝਦੇ ਹਾਂ ਕਿ ਨਹੀਂ ਯੂਜ਼ ਕਰਨਾ ਚਾਹੀਦਾ ਵਰਡ। ਸੋ ਮਿਰੇਕਲ ਇਟ ਇਜ਼ ਨਾਟ ਇਨ ਦਾ ਆਰਡੀਨਰੀ ਸੈਂਸ ਆਫ ਦਾ ਵਰਡ ਵੀ ਤੁਸੀਂ ਕੋਈ ਕਰਾਮਾਤਾਂ ਦਿਖਾ ਦਿੱਤੀਆਂ ਤੇ ਆਪਣੀ ਹਉਮੈ ਨੂੰ ਪੱਠੇ ਪਾ ਲਏ। ਉਹ ਗੱਲ ਹੈ ਜਿਹੜੀ ਉਹ ਗੁਰਬਾਣੀ ਵਿੱਚ ਨਹੀਂ ਸਾਡੇ ਪ੍ਰਵਾਨ ਹੈ। ਪਰ ਗੁਰੂ ਸਾਹਿਬ ਨੇ ਸੱਚਮੁੱਚ ਹੀ ਇੱਕ ਪ੍ਰੈਕਟੀਕਲ ਮਿਰੇਕਲ ਕੀਤਾ। ਜੇ ਅਸੀਂ ਇਤਿਹਾਸ ਪੜ੍ਹੀਏ ਤਾਂ ਗੁਰੂ ਨਾਨਕ ਸਾਹਿਬ ਜਦੋਂ ਇਸ ਸੰਸਾਰ ਵਿੱਚ ਆਏ, ਸਾਡੀ ਕੀ ਹਾਲਤ ਸੀ? ਗੁਰਬਾਣੀ ਦੱਸਦੀ ਹੈ, ਰਾਜੇਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਅੰਧੀ ਪ੍ਰਜਾ ਗਿਆਨ ਵਿਹੁਣੀ ਪਾਏ ਪਰੇ ਮੁਰਦਾਰ, ਤੇ ਬਖ ਖਤਰੀਆਂ ਦਾ ਧਰਮ ਛੋੜਿਆ, ਮਲੇਛ ਭਾਖਿਆ ਕਈ, ਬ੍ਰਾਹਮਣ ਨਾਵੇ ਜੀਆ ਕਾਏ। ਇਹ ਗੁਰਬਾਣੀ ਸਾਰੀਆਂ ਗੱਲਾਂ ਕਰ ਰਹੀ ਹੈ। ਤੇ ਵੈਸੇ ਵੀ ਇਤਿਹਾਸ ਪੜ੍ਹੋ ਜੇ ਉਸ ਸਮੇਂ ਦਾ, ਬਾਕੀ ਆਥਰਸ ਦਾ ਲਿਖਿਆ ਹੋਇਆ ਇਤਿਹਾਸ ਪੜ੍ਹੋ, ਤੇ ਸਾਡੀ ਹਾਲਤ ਕੋਈ ਕੀੜਿਆਂ ਮਕੌੜਿਆਂ ਤੋਂ ਉੱਪਰ ਨਹੀਂ ਸੀ। ਰਾਦਰ ਕਿਸੇ ਇੱਕ ਰਾਈਟਰ ਨੇ ਇਹ ਵੀ ਲਿਖਿਆ ਕਿ ਵੀ ਵਰ ਲਾਈਕ ਅਰਥ ਵਰਮਸ। ਕੋਈ ਛੋਟਾ ਮੋਟਾ ਕੀੜਾ ਜਿਹੜਾ ਹੁੰਦਾ ਨਾ, ਉਹ ਵੀ ਜਦੋਂ ਤੜਪ ਕੇ ਮਰਦਾ ਤੇ ਸਾਨੂੰ ਤਕਲੀਫ ਹੁੰਦੀ ਹੈ। ਪਰ ਜਦੋਂ ਅਰਥ ਵਰਮ, ਅਸੀਂ ਗਾਰਡਨਿੰਗ ਕਰਦੇ ਹਾਂ, ਅਰਥ ਵਰਮ ਕਈ ਮਰ ਜਾਂਦੇ ਨੇ ਦੇਖਦਿਆਂ ਪਰ ਸਾਨੂੰ ਅਸੀਂ ਵੀ ਠੀਕ ਹੈ, ਇਹ ਮਿੱਟੀ ਦੇ ਹੀ ਨੇ। ਸੋ ਵੀ ਵਰ ਲਾਈਕ ਅਰਥ ਵਰਮਸ wriggled in the earth. Nobody bothered whether we were alive or dead. ਕਿਸੇ ਨੇ ਪਰਵਾਹ ਨਹੀਂ ਕੀਤੀ। ਫੀਲਿੰਗਸ ਦੀ ਪਰਵਾਹ ਤੇ ਗੱਲ ਹੀ ਛੱਡ ਦਿਓ ਕਿ ਕਿਸੇ ਨੇ ਸਾਡੀਆਂ ਫੀਲਿੰਗ ਦੀ, ਸਾਡੀਆਂ ਭਾਵਨਾਵਾਂ ਦੀਆਂ, ਸਾਡੀਆਂ ਜੋ ਐਸਪੀਰੇਸ਼ਨਸ ਨੇ ਉਸ ਦੀ ਤਾਂ ਕੀ ਪਰਵਾਹ ਕਰਨੀ ਸੀ। ਵੀ ਆਰ ਨਾਟ ਟ੍ਰੀਟਡ ਲਾਈਕ ਹਿਊਮਨ ਬੀਇੰਗਸ। ਜਦੋਂ ਗੁਰੂ ਨਾਨਕ ਸਾਹਿਬ ਇਸ ਸੰਸਾਰ ਵਿੱਚ ਆਏ, ਇਹ ਸਾਡੀ ਹਾਲਤ ਸੀ। ਤੇ ਜਦੋਂ ਦਸਮ ਪਾਤਸ਼ਾਹ ਦੇ ਸਮੇਂ 1708 ਵਿੱਚ ਦਸਮ ਪਾਤਸ਼ਾਹ ਦੇ ਸਮੇਂ ਵੀ ਤੇ ਉਹਨਾਂ ਦੇ ਇਸ ਸੰਸਾਰ ਵਿੱਚੋਂ ਜਾਣ ਦੇ ਸਮੇਂ ਤੋਂ ਬਾਅਦ ਵੀ ਖਾਲਸੇ ਨੇ ਜੋ ਮੱਲਾਂ ਮਾਰੀਆਂ, ਅਸੀਂ ਮੁਗਲ ਸਾਮਰਾਜ ਨੂੰ ਚੈਲੰਜ ਕਰਨ ਦੇ ਕਾਬਿਲ ਹੋ ਗਏ। ਅਸੀਂ ਮੁਗਲ ਸਾਮਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ। ਇਜ਼ਨਟ ਇਟ ਅ ਮਿਰੇਕਲ ਕਿ ਕੀੜਿਆਂ ਮਕੌੜਿਆਂ ਵਰਗੀ ਜ਼ਿੰਦਗੀ ਜਿਉਂਦਿਆਂ ਹੋਇਆਂ ਅਸੀਂ ਸਿਰ ਉੱਚਾ ਚੁੱਕ ਕੇ ਹਿੱਕ ਤਾਣ ਕੇ ਖੜੇ ਹੋ ਗਏ ਤੇ ਸਾਰੇ ਭਾਰਤ ਦੀ ਇੱਕ ਤਕਦੀਰ ਬਦਲ ਕੇ ਰੱਖ ਦਿੱਤੀ। ਇਹ ਮਿਰੇਕਲ ਤੋਂ ਘੱਟ ਨਹੀਂ ਹੈ। ਸੋ ਅਜਿਹਾ ਮਿਰੇਕਲ ਗੁਰੂ ਸਾਹਿਬ ਨੇ ਕਿਵੇਂ ਕੀਤਾ, ਇਹ ਮੇਰਾ ਵਿਸ਼ਾ ਹੈ ਅੱਜ ਦਾ। ਕਿ ਕਿਵੇਂ ਸਾਨੂੰ ਉਹਨਾਂ ਨੇ ਟੋਟਲੀ ਪਰਸਨੈਲਿਟੀ ਸਾਡੀ ਟਰਾਂਸਫਾਰਮ ਕਰ ਦਿੱਤੀ। ਮੈਂ ਮਹਿਸੂਸ ਕਰਦੀ ਹਾਂ ਕਿ ਸਿੱਖ ਧਰਮ ਦਾ ਜੋ ਇਤਿਹਾਸ ਹੈ ਨਾ, ਦੈਟ ਇਜ਼ ਦਾ ਇਤਿਹਾਸ ਆਫ ਪਰਸਨੈਲਿਟੀ ਡਿਵੈਲਪਮੈਂਟ। ਕਿ ਕਿੱਥੋਂ ਕਿੱਥੇ ਪਹੁੰਚ ਗਏ, ਸਾਡੀ ਪਰਸਨੈਲਿਟੀ ਉਹ ਕਿਵੇਂ ਬਣ ਗਈ, ਇਹ ਅਸੀਂ ਕਿਵੇਂ ਅੱਜ ਵੀ ਅਸੀਂ ਇੱਕ ਤਾਣ ਕੇ ਖੜੇ ਹਾਂ। ਅੱਜ ਵੀ ਸੰਸਾਰ ਵਿੱਚ ਜਿੱਥੇ ਵੀ ਕਿਤੇ ਘਟਨਾ ਹੁੰਦੀ ਹੈ, ਅਸੀਂ ਲੜਨ ਮਰਨ ਲਈ ਵੀ ਤਿਆਰ ਹੋ ਜਾਂਦੇ ਹਾਂ ਤੇ ਅਸੀਂ ਸੇਵਾ ਕਰਨ ਲਈ ਵੀ ਤਿਆਰ ਹੋ ਜਾਂਦੇ ਹਾਂ। ਇਹ ਇੱਕ ਮਿਰੇਕਲ ਹੈ ਜਿਹੜਾ ਗੁਰੂ ਸਾਹਿਬ ਨੇ ਕੀਤਾ। ਉਹ ਕਿਵੇਂ, ਹਾਊ ਡਿਡ ਦੇ ਅਚੀਵ ਦਿਸ ਮਿਰੇਕਲ, ਇਹ ਮੈਂ ਕੋਸ਼ਿਸ਼ ਕੀਤੀ ਹੈ ਸਮਝਣ ਦੀ, ਤੇ ਜਿੰਨੀ ਕੁ ਮੈਨੂੰ ਸਮਝ ਆਈ ਹੈ ਮੈਂ ਆਪ ਸਾਰਿਆਂ ਨਾਲ ਸਾਂਝਾ ਕਰਾਂਗੀ। ਸੋ ਅਸੀਂ ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਪੜ੍ਹਦੇ ਹਾਂ, ਛੋਟੀਆਂ ਛੋਟੀਆਂ ਸਾਖੀਆਂ। ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ, ਗੁਰੂ ਨਾਨਕ ਸਾਹਿਬ ਗਏ, ਜਾ ਕੇ ਬਾਹਰ ਖੇਤਾਂ ਵਿੱਚ ਬੈਠ ਗਏ, ਮੱਝਾਂ ਘਾਹ ਚਰ ਗਈਆਂ, ਹੋਰ ਕਈ ਸਾਖੀਆਂ ਇਹੋ ਜਿਹੀਆਂ ਪੜ੍ਹਦੇ ਹਾਂ। ਪੰਧ ਦੇ ਕੋਲ ਗਏ, ਉਹਨਾਂ ਨੇ ਬੜੀ ਜਲਦੀ ਸਿੱਖ ਲਿਆ। ਕਈ ਵਾਰੀ ਅਸੀਂ ਇਹਨੂੰ ਆਮ ਤੌਰ ਤੇ ਅਸੀਂ ਇੰਟਰਪ੍ਰੇਟ ਕਿਵੇਂ ਕਰਦੇ ਹਾਂ ਕਿ ਗੁਰੂ ਨਾਨਕ ਸਾਹਿਬ ਸੀ ਇਸ ਲਈ ਕਰ ਗਏ ਉਹ, ਤੇ ਉਹਨਾਂ ਨੇ ਮਿਰੇਕਲ ਕਰ ਦਿੱਤਾ, ਸਾਰਾ ਕੁਛ ਕਰ ਦਿੱਤਾ। ਉਹਨਾਂ ਦੀ ਤੇ ਸੁਰਤ ਸੀ, ਨਿਰੰਕਾਰ ਦੇ ਨਾਲ ਜੁੜੀ ਹੋਈ ਸੀ। ਉਹ ਇਸ ਸੰਸਾਰ ਵਿੱਚ ਰਹਿੰਦੇ ਹੀ ਨਹੀਂ ਸਨ, ਉਹ ਤੇ ਉੱਪਰ ਜੁੜੇ ਹੋਏ ਸੀ। ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਮੱਝਾਂ ਘਾਹ ਚਰ ਗਈਆਂ ਨੇ ਤੇ ਕਿਸੇ ਦਾ ਕੋਈ ਨੁਕਸਾਨ ਹੋ ਗਿਆ, ਜਾਂ ਅਜਿਹੀਆਂ ਗੱਲਾਂ ਅਸੀਂ ਆਮ ਤੌਰ ਤੇ ਇਸ ਤਰ੍ਹਾਂ ਇੰਟਰਪ੍ਰੇਟ ਕਰਦੇ ਹਾਂ। ਪਰ ਮੈਂ ਇਸ ਨੂੰ ਸਮਝਦੀ ਹਾਂ ਕਿ ਭਾਈ ਗੁਰਦਾਸ ਦੀ ਗਵਾਹੀ ਮੈਂ ਦੇਣੀ ਚਾਹਾਂਗੀ ਕਿ ਬਾਬਾ ਜੀ ਬਾਹਰ ਜਾਂਦੇ ਸਨ। ਹੀ ਵਾਜ਼ ਅ ਨੇਚਰ ਲਵਰ। ਨੇਚਰ ਵਿੱਚ ਜਾ ਕੇ ਬੈਠ ਜਾਂਦੇ ਸੀ। ਨੇਚਰ ਦੀ ਗੱਲ ਗੁਰਬਾਣੀ ਵਿੱਚ ਬਹੁਤ ਕੀਤੀ ਗਈ ਹੈ। ਤੇ ਸੋ ਬਾਹਰ ਜਾ ਕੇ ਬੈਠ ਜਾਂਦੇ ਸੀ, ਇਕਾਂਤਵਾਸ ਹੋ ਜਾਂਦੇ ਸੀ। ਤੇ ਭਾਈ ਗੁਰਦਾਸ ਜੀ ਇਹਦੇ ਬਾਰੇ ਕੀ ਕਹਿੰਦੇ ਹਨ
कि बाबा देखा ध्यान धर जलती सब पृथ्वी दिसियाई। ਹੁਣ ਅਸੀਂ ਕੀ ਇੰਟਰਪ੍ਰੈਟ ਕਰਦੇ ਹਾਂ ਕਿ ਬਾਬਾ ਜੀ ਜਦੋਂ ਧਿਆਨ ਵਿੱਚ ਬੈਠਦੇ ਸੀ ਤੇ ਨਿਰੰਕਾਰ ਦੇ ਦੇਸ਼ ਵਿੱਚ ਚਲੇ ਜਾਂਦੇ ਸੀ, ਉਹਨਾਂ ਦਾ ਇਸ ਦੁਨੀਆ ਨਾਲ ਲੈਣ ਦੇਣ ਹੀ ਕੁਛ ਨਹੀਂ ਸੀ। ਦਿਸ ਇਜ਼ ਹਾਊ ਵੀ ਇੰਟਰਪ੍ਰੈਟ। ਤਾਂ ਭਾਈ ਗੁਰਦਾਸ ਕੀ ਕਹਿ ਰਹੇ ਨੇ? ਭਾਈ ਗੁਰਦਾਸ ਕਹਿ ਰਹੇ ਨੇ ਬਾਬਾ ਦੇਖਿਆ ਧਿਆਨ ਧਰ। ਜਦੋਂ ਬਾਬਾ ਜੀ ਨੇ ਧਿਆਨ ਲਾ ਕੇ ਦੇਖਿਆ ਤੇ ਉਹਨਾਂ ਨੂੰ ਕੀ ਨਜ਼ਰ ਆਈ? ਸਾਰੀ ਸ੍ਰਿਸ਼ਟੀ ਨਜ਼ਰ ਆਈ। ਜਲਤੀ ਸਭ ਪ੍ਰਿਥਵੀ ਦਿਸਿਆਈ, ਸਾਰਾ ਸੰਸਾਰ ਉਹਨਾਂ ਨੂੰ ਜਲਦਾ ਹੋਇਆ ਦਿਸਿਆ। ਸਾਰੇ ਸੰਸਾਰ ਵਿੱਚ ਹਾਹਾਕਾਰ ਮਚੀ ਹੋਈ ਹੈ, ਜ਼ੁਲਮ ਦੀ ਅਗਨੀ ਵਗ ਰਹੀ ਹੈ। ਸੋ ਉਹਨਾਂ ਨੂੰ ਇਹ ਸਾਰਾ ਕੁਝ ਨਜ਼ਰ ਆਇਆ। ਤੇ ਹੁਣ ਬਾਬਾ ਨਾਨਕ, ਫਿਰ ਬਾਬਾ ਨਾਨਕ ਸੀ, ਉਹ ਅੱਖਾਂ ਬੰਦ ਕਰਕੇ ਬੈਠ ਨਹੀਂ ਸਕਦਾ ਸੀ। ਸੰਸਾਰ ਜਲਦਾ ਹੈ ਤਾਂ ਜਲਦਾ ਰਹੇ, ਉਹ ਅੱਖਾਂ ਬੰਦ ਕਰਕੇ ਬੈਠ ਨਹੀਂ ਸਕਦਾ ਸੀ। ਤੇ ਫਿਰ ਬਾਬੇ ਨੇ ਸੋਚਿਆ, ਹੀ ਵਾਜ਼ ਅ ਵੈਰੀ ਡਾਇਨਾਮਿਕ ਪਰਸਨ। ਅਸੀਂ ਉਹਨਾਂ ਨੂੰ ਬੜਾ, ਅਸੀਂ ਉਹਨਾਂ ਨੂੰ ਦੱਸਦੇ ਹਾਂ, ਇਸ ਤਰ੍ਹਾਂ ਪ੍ਰੈਜ਼ੈਂਟ ਕਰਦੇ ਹਾਂ ਕਿ ਉਸ ਹਿਸਾਬ ਨਾਲ ਲੈਣ ਦੇਣ ਹੀ ਕੁਝ ਨਹੀਂ ਸੀ ਉਹਨਾਂ ਦਾ, ਪਰ ਉਹ ਬੜਾ ਡਾਇਨਾਮਿਕ ਪਰਸਨ ਸੀ। ਉਹਨਾਂ ਨੇ ਜਲਦੀ ਸਭ ਪ੍ਰਿਥਵੀ ਦਿਸਿਆਈ ਜਦੋਂ, ਤਾਂ ਸੋਚਿਆ ਵੀ ਇਹਦਾ ਇਲਾਜ ਕਰਨਾ ਚਾਹੀਦਾ ਹੈ, ਸੋਚਣਾ ਚਾਹੀਦਾ। ਅਸੀਂ ਕਹਿੰਦੇ ਹਾਂ ਆ ਗਿਆ ਬਾਬਾ ਵੈਦ ਰੋਗੀਆਂ ਦਾ। ਆਮ ਤੌਰ ਤੇ ਅਸੀਂ ਇਹ ਗੱਲ ਪੰਜਾਬੀ ਵਿੱਚ ਅਖਾਣ ਬਣਿਆ ਹੋਇਆ, ਉਹ ਵੈਦ ਸਨ ਰੋਗੀਆਂ ਦੇ। ਹੁਣ ਚੰਗਾ ਵੈਦ ਕੀ ਹੁੰਦਾ? ਜਿਹੜਾ ਰੋਗ ਦਾਰੂ ਦੋਵੇਂ ਬੂਝੈ ਤਾਂ ਵੈਦ ਸੁਜਾਨ। ਜਿਹੜਾ ਰੋਗ ਨੂੰ ਵੀ ਸਮਝਦਾ ਫਿਰ ਦਾਰੂ ਨੂੰ ਵੀ ਸਮਝਦਾ, ਰੋਗ ਵੀ ਸਮਝਦਾ ਹੈ। ਪਹਿਲੇ ਡਾਇਗਨੋਸਿਸ ਉਹਦਾ ਠੀਕ ਹੁੰਦਾ, ਫਿਰ ਉਹਦਾ ਇਲਾਜ ਠੀਕ ਹੁੰਦਾ, ਉਹੀ ਚੰਗਾ ਵੈਦ ਹੈ। ਸੋ ਬਾਬਾ ਜਿਹੜਾ ਵੈਦ ਰੋਗੀਆਂ ਦਾ, ਉਹਨੇ ਪਹਿਲੇ ਰੋਗ ਨੂੰ ਸਮਝਿਆ ਕਿ ਰੋਗ ਹੈ ਕੀ ਹੈ। ਜਲਤੀ ਸਭ ਪ੍ਰਿਥਵੀ ਦਿਸਿਆਈ, ਰੋਗ ਇਹ ਹੈ। ਫਿਰ ਇਹਦਾ ਕਾਰਨ ਕੀ ਹੈ, ਐਨਾਲਿਸਿਸ ਕੀਤਾ, ਕਿਉਂ ਇਹੋ ਜਿਹਾ ਸੰਸਾਰ ਬਣਿਆ ਹੋਇਆ। ਤਾਂ ਉਹ ਇਸ ਨਤੀਜੇ ਤੇ ਪਹੁੰਚੇ, ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਇਹ ਸਾਰਾ ਕੁਛ ਇਸ ਲਈ ਸੀ ਸੰਸਾਰ ਦਾ ਹਾਲ, ਕਿਉਂਕਿ ਬਾਝੋਂ ਗੁਰੂ ਗੁਬਾਰ ਹੈ, ਕੋਈ ਉਹਨਾਂ ਦੀ ਅਗਵਾਈ ਕਰਨ ਵਾਲਾ ਨਹੀਂ ਸੀ। ਰਾਜੇ ਸ਼ੀ ਤੇ ਮੁਕੱਦਮ ਕੁੱਤੇ ਬਣ ਚੁੱਕੇ ਹੋਏ ਸੀ। ਤਾਜ਼ੀਆਂ ਬਾਹਮਣ ਕੀ ਗੱਲ ਤੱਕੀ ਜਿਹੜੇ ਧਾਰਮਿਕ ਲੀਡਰ ਸੀ, ਅਗਦ ਪੜੇ ਸੈਤਾਨਵੇਂ ਲਾ ਲਓ। ਜਿਹੜੇ ਕਾਜ਼ੀਆਂ ਨੇ, ਜਿਹੜੇ ਕਾਜ਼ੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਏ। ਹੁਣ ਸੰਸਾਰ ਨੂੰ ਗਾਈਡ ਕਰਨ ਵਾਲੀਆਂ ਦੋ ਫੋਰਸਿਸ ਹੁੰਦੀਆਂ ਨੇ, ਤੇ ਇੱਕ ਬਾਦਸ਼ਾਹ ਜਿਹਦੇ ਅਨੁਸਾਰ ਦੁਨੀਆ ਚੱਲਦੀ ਹੈ, ਤੇ ਇੱਕ ਧਾਰਮਿਕ ਲੀਡਰ। ਉਸ ਸਮੇਂ ਰਾਜੇ ਵੀ ਸ਼ੀ ਨੇ, ਮੁਕੱਦਮ ਤੇ ਕੁੱਤੇ ਨੇ, ਤੇ ਕਾਜ਼ੀ ਤੇ ਬਾਹਮਣ ਨੇ, ਉਹ ਵੀ ਆਪਣਾ ਧਰਮ ਭੁੱਲ ਚੁੱਕੇ ਹੋਏ ਨੇ, ਗਿਆਨ ਦੀ ਕੋਈ ਗੱਲ ਹੀ ਨਹੀਂ ਕਰਦਾ। ਜਿਹੜੇ ਸਿੱਧ ਨੇ, ਜਿਨ੍ਹਾਂ ਨੇ ਗਿਆਨ ਪ੍ਰਾਪਤ ਕੀਤਾ, ਛੁਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ, ਉਹ ਪਰਬਤਾਂ ਵਿੱਚ ਜਾ ਕੇ ਬੈਠ ਗਏ ਨੇ। ਸੋ ਜਗਤ ਨੂੰ ਕੌਣ ਪਾਰ ਉਤਾਰਾ ਕਰੇ? ਜਗਤ ਇਸ ਜਿਦਲਨ ਦੇ ਵਿੱਚੋਂ ਦੀ ਕਿਵੇਂ ਨਿਕਲੇ? ਸੋ ਬਾਝੋਂ ਗੁਰੂ ਗੁਬਾਰ ਹੈ, ਕੋਈ ਉਹਨਾਂ ਦੀ ਅਗਵਾਈ ਕਰਨ ਵਾਲਾ ਨਹੀਂ ਰਿਹਾ, ਕੋਈ ਸੱਚਾ ਟੀਚਰ ਨਹੀਂ ਰਿਹਾ। ਬਾਝੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਇਹ ਤੇ ਐਨਾਲਿਸਿਸ ਕਰ ਲਿਆ, ਪਹਿਲੇ ਸਮਝਿਆ ਕਿ ਸੰਸਾਰ ਰੋਗੀ ਹੈ, ਫਿਰ ਉਹਦਾ ਐਨਾਲਿਸਿਸ ਕੀਤਾ ਵੀ ਕਿਉਂ ਰੋਗੀ ਹੈ, ਡਾਇਗਨੋਸ ਕੀਤਾ, ਕਿਉਂਕਿ ਕੋਈ ਸੱਚਾ ਗੁਰੂ ਨਹੀਂ ਰਿਹਾ। ਫਿਰ ਹੁਣ ਇਲਾਜ ਵੀ ਤਾਂ ਕਰਨਾ ਹੈ। ਇਲਾਜ ਕੀ ਕੀਤਾ? ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਫਿਰ ਬਾਬਾ ਜੀ ਨੇ ਉਦਾਸੀਆਂ ਧਾਰਨ ਕਰਨ ਦਾ ਫੈਸਲਾ ਕਰ ਲਿਆ ਤੇ ਚੜਿਆ ਸੋਧਨ ਧਰਤ ਲੁਕਾਈ। ਸਾਰੀ ਧਰਤ ਲੁਕਾਈ ਨੂੰ ਸੋਧਣ ਲਈ ਬਾਬਾ ਨਾਨਕ ਜੀ ਚੱਲ ਪਏ, ਸੰਸਾਰ ਦਾ ਰਟਨ ਕਰਨ ਲਈ, ਸਾਰੇ ਸੰਸਾਰ ਦਾ ਗਮਨ ਕਰਨ ਲਈ। ਕਿੰਨਾ ਕੁ ਰਟਨ ਕੀਤਾ, ਮੇਰੇ ਨਾਲ ਵਿਦਵਾਨ ਇੱਥੇ ਬੈਠੇ ਨੇ, ਬਹੁਤ ਡਿਟੇਲ ਵਿੱਚ ਜਾਣ ਦੀ ਲੋੜ ਨਹੀਂ। ਉੱਤਰ ਦੱਖਣ ਪੂਰਬ ਪੱਛਮ ਪਤਾ ਨਹੀਂ ਹਜ਼ਾਰਾਂ ਮੀਲ ਉਹਨਾਂ ਨੇ ਸਫ਼ਰ ਕੀਤਾ, ਪੈਦਲ ਸਫ਼ਰ ਕੀਤਾ। ਉਸ ਜ਼ਮਾਨੇ ਵਿੱਚ ਜਿਸ ਵੇਲੇ ਪੈਦਲ ਸਫ਼ਰ ਕਰਨਾ, ਲੋਕੀ ਹਰਿਦੁਆਰ ਵੀ ਜਾਂਦੇ ਸੀ ਉਸ ਜ਼ਮਾਨੇ ਵਿੱਚ ਨਾ, ਤੇ ਸਾਰੇ ਪਰਿਵਾਰ ਨੂੰ ਮਿਲ ਕੇ ਜਾਂਦੇ ਸੀ, ਪਤਾ ਨਹੀਂ ਵਾਪਿਸ ਆਉਣਾ ਜਾਂ ਨਹੀਂ ਆਉਣਾ। ਇਹ ਤੇ ਅੱਜ ਤੋਂ 100-150 ਸਾਲ ਪਹਿਲੇ ਦੀ ਗੱਲ ਹੈ, ਤੇ ਅਸੀਂ ਗੱਲ ਕਰ ਰਹੇ ਹਾਂ 500-550 ਸਾਲ ਦੀ ਪੁਰਾਣੀ। ਸੋ ਬਾਬੇ ਜੀ ਨੇ ਭੇਖ ਬਣਾਇਆ ਉਦਾਸੀ ਦਾ, ਤੇ ਉਦਾਸੀ ਕੀ ਰੀਤ ਚਲਾਈ। ਹੁਣ ਉਦਾਸੀਆਂ ਕਰਨ ਲਈ ਗਏ, ਥਾਂ ਥਾਂ ਤੇ ਗਏ। ਹੁਣ ਗੁਰੂ ਨਾਨਕ ਸਾਹਿਬ ਇਹ ਸਮਝਦੇ ਸਨ ਕਿ ਸੰਸਾਰ ਨੂੰ ਚਲਾਉਣ ਦੇ ਲਈ ਜਿਹੜਾ ਆਮ ਬੰਦਾ ਹੈ, ਉਹ ਵਿਚਾਰਾ ਵਿਕਟਮ ਬਣਿਆ ਹੋਇਆ ਹੈ। ਜਾਂ ਤੇ ਜਿਹੜੇ ਚੰਗੇ ਬੰਦੇ ਨੇ ਉਹ ਅਗਵਾਈ ਦੇ ਸਕਦੇ ਨੇ, ਜਿਹੜੇ ਛੁਪ ਬੈਠੇ ਸਨ ਪਰਬਤੀ ਉਹ ਅਗਵਾਈ ਨਹੀਂ ਦੇ ਰਹੇ ਸੀ। ਬਾਬਾ ਜੀ ਉਹਨਾਂ ਕੋਲ ਗਏ, ਸਿੱਧਾ ਨੇ ਪੁੱਛਿਆ ਬਈ ਤੁਸੀਂ ਕੀ ਹਾਲ ਹੈ ਸੰਸਾਰ ਦਾ, ਮਾਤ ਲੋਕ ਵਿੱਚ ਕਿਆ ਵਰਤਾਰਾ? ਤਾਂ ਗੁਰੂ ਜੀ ਨੇ ਜਵਾਬ ਕੀ ਦਿੱਤਾ ਕਿ ਸਿੱਧ ਛੁਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਤੁਸੀਂ ਤੇ ਛੁਪ ਕੇ ਬੈਠ ਗਏ ਹੋ। ਫਿਰ ਦੂਸਰਾ ਕੌਣ ਇਨਸਾਨ ਹੁੰਦਾ? ਇੱਕ ਤਾਂ ਹੁੰਦਾ ਚੰਗਾ ਬੰਦਾ ਜਿਹੜਾ ਅਗਵਾਈ ਦੇ ਕੇ ਇਨਸਾਨ ਨੂੰ ਠੀਕ ਰਸਤੇ ਪਾ ਦਿੰਦਾ, ਤੇ ਦੂਸਰਾ ਹੁੰਦਾ ਭੈੜਾ ਬੰਦਾ ਜਿਹੜਾ ਧਮਕਾ ਕੇ
ਡਰਾ ਕੇ ਆਪਣੇ ਪਿੱਛੇ ਲਾ ਲੈਂਦਾ ਲੋਕਾਂ ਨੂੰ। ਮਲਕ ਭਾਗੋ ਵਰਗੇ, ਵਲੀ ਕੰਧਾਰੀ ਵਰਗੇ, ਸੱਜਣ ਠੱਗ ਵਰਗੇ, ਕੌਂਡੇ ਰਾਖਸ਼ ਵਰਗੇ, ਹੋਰ ਅਣਗਿਣਤ ਇਹੋ ਜਿਹੇ ਬੰਦੇ ਸੀ। ਸੋ ਬਾਬਾ ਜੀ ਇਹਨਾਂ ਕੋਲ ਗਏ, ਸੱਜਣ ਠੱਗ ਕੋਲ ਗਏ। ਸੱਜਣ ਠੱਗ ਜਿਹੜੀ ਕਤਲਗਾਹ ਸੀ, ਕਤਲਗਾਹ ਨੂੰ ਗੁਰੂ ਸਾਹਿਬ ਨੇ ਧਰਮਸਾਲ ਵਿੱਚ ਬਦਲਿਆ। ਸੋ ਪਹਿਲੀ ਧਰਮਸਾਲ ਗੁਰੂ ਨਾਨਕ ਸਾਹਿਬ ਨੇ ਇੱਕ ਕਾਤਲ ਦੇ ਘਰ ਵਿੱਚ ਬਣਾਈ। ਸੋ ਗੁਰੂ ਸਾਹਿਬ ਭੈੜਿਆਂ ਕੋਲ ਵੀ ਗਏ, ਚੰਗਿਆਂ ਕੋਲ ਵੀ ਗਏ, ਕਿਉਂਕਿ ਭੈੜੇ ਤੇ ਚੰਗੇ ਹੀ ਆਮ ਬੰਦੇ ਨੂੰ ਦਬਾ ਲੈਂਦੇ ਹਨ। ਸੋ ਉਹਨਾਂ ਨੂੰ ਸਿੱਧੇ ਰਸਤੇ ਪਾਇਆ ਜਾਏਗਾ ਤਾਂ ਸੱਚਮੁੱਚ ਹੀ ਸੰਸਾਰ ਹੈ ਜਿਹੜਾ ਉਹ ਸੁਧਰ ਜਾਏਗਾ, ਕਿਉਂਕਿ ਉਹਨਾਂ ਦਾ ਮਿਸ਼ਨ ਹੀ ਇਹ ਸੀ, ਚੜਿਆ ਸੋਧਨ ਧਰਤ ਲੁਕਾਈ, ਸਾਰੀ ਧਰਤ ਲੁਕਾਈ ਨੂੰ ਸੋਧਣਾ ਹੈ। ਸੋ ਥਾਂ ਥਾਂ ਤੇ ਗਏ ਚੰਗੇ ਬੰਦੇ। ਆਫਟਰ ਆਲ ਹੁਣ ਜਿਹੜਾ ਸਿੱਖ ਧਰਮ ਹੈ ਉਹ ਸਮਾਜ ਤੋਂ ਬਿਨਾਂ ਉਹਦਾ ਕਿਆਸ ਵੀ ਨਹੀਂ ਕੀਤਾ ਜਾ ਸਕਦਾ। ਗੁਰੂ ਸਾਹਿਬ ਸਮਾਜ ਦੇ ਨਾਲ ਚੰਗੀ ਤਰ੍ਹਾਂ ਜੁੜੇ ਹੋਏ ਸੀ। ਉਹ ਇਸੇ ਕਰਕੇ ਜਦੋਂ ਬਾਬਾ ਦੇਖੇ ਧਿਆਨ ਧਰ ਤੇ ਉਹਨਾਂ ਨੂੰ ਸਮਾਜ ਹੀ ਨਜ਼ਰ ਆਇਆ ਨਾ, ਜਲਤੀ ਸਭ ਪ੍ਰਥਮੀ ਦਿਸਿਆਈ, ਕਿਉਂਕਿ ਸਮਾਜ ਨਾਲ ਅੰਦਰੋਂ ਜੁੜੇ ਹੋਏ ਸੀ। ਉਹ ਇਸ ਸੰਸਾਰ ਨੂੰ, ਇਹ ਜੱਗ ਸੱਚੇ ਹੀ ਕੀ ਹੈ, ਕੋਠੜੀ ਸਮਝਦੇ ਸੀ, ਇਹਨੂੰ ਦੁੱਖਾਂ ਦਾ ਘਰ ਨਹੀਂ ਸਮਝਦੇ ਸੀ। ਉਹ ਇਹ ਨਹੀਂ ਸਮਝਦੇ ਸੀ ਕਿ ਮਨੁੱਖ ਇਸ ਸੰਸਾਰ ਦੇ ਵਿੱਚ ਆਪਣੇ ਪਾਪਾਂ ਦਾ ਫਲ ਭੋਗਣ ਲਈ ਆਇਆ ਹੈ। ਉਹ ਇਹ ਨਹੀਂ ਸਮਝਦੇ ਸੀ ਕਿ ਆਪਣੇ ਕੀਤੇ ਹੋਏ, ਜਿਵੇਂ ਕਹਿੰਦੇ ਆ ਕਿ ਡਿਸਓਬੀਡੀਐਂਸ ਟੂ ਗੋਡ ਕਰਕੇ ਅਸੀਂ ਆਪਣੇ ਸਫਰ ਕਰ ਰਹੇ ਹਾਂ। ਇਹ ਗੁਰੂ ਸਾਹਿਬ ਦੀ ਫਿਲਾਸਫੀ ਨਹੀਂ ਸੀ। ਗੁਰੂ ਸਾਹਿਬ ਦੀ ਫਿਲਾਸਫੀ ਕੀ ਸੀ ਕਿ ਕਿਵੇਂ ਸੰਸਾਰ, ਇਹ ਅਸੀਂ ਪੜ੍ਹਦੇ ਹਾਂ, ਸੰਸਾਰ ਕਿਵੇਂ ਸ਼ੁਰੂ ਹੋਇਆ ਕਿ ਅਸੀਂ ਗੋਡ ਨੂੰ ਡਿਸਓਬੇ ਕੀਤਾ ਤੇ ਗੋਡ ਨੇ ਸਾਨੂੰ ਸਜ਼ਾ ਭੁਗਤਣ ਲਈ ਇਸ ਸੰਸਾਰ ਵਿੱਚ ਭੇਜਿਆ। ਤੇ ਗੁਰੂ ਸਾਹਿਬ ਕੀ ਕਹਿੰਦੇ ਨੇ, ਇਸ ਸੰਸਾਰ ਵਿੱਚ ਕਿਵੇਂ ਆਏ, ਕਾਹਦੇ ਲਈ ਆਏ, ਸਾਡਾ ਕੀ ਮਿਸ਼ਨ ਹੈ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਕਿਤਨਾ ਫਰਕ ਹੈ। ਅਸੀਂ ਪਾਪਾਂ ਦਾ ਫਲ ਭੁਗਤਣ ਨਹੀਂ ਆਏ। ਸਾਡੇ ਅੰਦਰ ਪਰਮਾਤਮਾ ਨੇ ਆਪਣੀ ਜੋਤ ਰੱਖ ਕੇ ਸਾਨੂੰ ਇੱਥੇ ਭੇਜਿਆ ਹੈ। ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ। ਸੋ ਸਾਡੇ ਅੰਦਰ ਪ੍ਰਭੂ ਦੀ ਜੋਤ ਜਗ ਰਹੀ ਹੈ, ਤੇ ਜਿੱਥੇ ਪ੍ਰਭੂ ਦੀ ਜੋਤ ਜਗ ਰਹੀ ਹੈ ਉਹ ਭੈੜੀ ਥਾਂ ਨਹੀਂ ਹੋ ਸਕਦੀ, ਉਹ ਅੱਛੀ ਥਾਂ ਹੈ, ਉਹ ਹਰੀ ਦਾ ਮੰਦਿਰ ਹੈ। ਸੋ ਇਹ ਸਰੀਰ ਜੋ ਹਰੀ ਦਾ ਮੰਦਿਰ ਹੈ, ਹਰ ਮੰਦਿਰ ਇਹ ਸਰੀਰ ਹੈ, ਉਹ ਸਰੀਰ ਨੂੰ ਕਿਉਂ ਇਹਨਾਂ ਦੁੱਖਾਂ ਵਿੱਚੋਂ ਨਿਕਲਣਾ ਪਏ, ਕਿਉਂ ਉਹਦੇ ਤੇ ਜ਼ੁਲਮ ਹੋਣ। ਉਸ ਮਨੁੱਖ ਨੂੰ ਜਿਹਦੇ ਅੰਦਰ ਹਰੀ ਦੀ ਜੋਤ ਲੱਟ ਲੱਟ ਬਲ ਰਹੀ ਹੈ, ਉਸ ਨੂੰ ਕਿਉਂ ਇਹਨਾਂ ਦੁੱਖਾਂ ਦੇ ਵਿੱਚੋਂ ਨਿਕਲਣਾ ਪਏ। ਗੁਰੂ ਨਾਨਕ ਸਾਹਿਬ ਨੂੰ ਇਹ ਕੁਐਸਚਨ ਬੜਾ ਟਰਬਲ ਕਰ ਰਿਹਾ ਸੀ, ਜਿਨ੍ਹਾਂ ਦਾ ਉਹਨਾਂ ਨੇ ਇਲਾਜ ਸੋਚਿਆ। ਉਦਾਸੀਆਂ ਕਰਨ ਲਈ ਗਏ ਤੇ ਉਦਾਸੀਆਂ ਕਰਕੇ ਥਾਂ ਥਾਂ ਤੇ ਜਾ ਕੇ ਚੰਗਿਆਂ ਨੂੰ ਵੀ ਠੀਕ ਰਸਤੇ ਪਾਇਆ ਤੇ ਭੈੜਿਆਂ ਨੂੰ ਵੀ ਠੀਕ ਰਸਤੇ ਪਾਇਆ। ਆਖਰ ਸਮਾਜ ਹੈ ਕੀ ਹੈ, ਸਮਾਜ ਮਨੁੱਖਾਂ ਦਾ ਸਮੂਹ ਹੈ। ਜੇ ਮਨੁੱਖ ਚੰਗੇ ਬਣ ਜਾਣਗੇ ਸਮਾਜ ਚੰਗਾ ਬਣ ਜਾਏਗਾ। ਰਾਜੇ ਨੂੰ ਦੱਸਿਆ ਉਹਦੀ ਡਿਊਟੀ ਕੀ ਹੈ, ਤਖਤ ਰਾਜਾ ਸੋਭ ਹੈ ਜੇ ਤਖਤੇ ਲਾਇਕ ਹੋਈ। ਸੋ ਸਾਰਿਆਂ ਨੂੰ ਆਪਣੀ ਡਿਊਟੀ ਸਮਝਾਈ ਤੇ ਸਾਰੇ ਸੰਸਾਰ ਦਾ ਰਟਨ ਕਰਨ ਤੋਂ ਬਾਅਦ ਗੁਰੂ ਸਾਹਿਬ ਕਰਤਾਰਪੁਰ ਆ ਕੇ ਟਿਕ ਗਏ। ਤੇ ਸਾਨੂੰ ਪਤਾ ਹੈ ਕਿ ਉੱਥੇ ਗ੍ਰਸਤ ਜੀਵਨ ਜੀਵਿਆ, ਉਹਨਾਂ ਦੇ ਮਾਤਾ ਪਿਤਾ ਵੀ ਉੱਥੇ ਆ ਗਏ, ਮਾਤਾ ਸੁਲੱਖਣੀ ਵੀ ਉੱਥੇ ਆ ਗਏ, ਸਾਰੇ ਖੇਤੀ ਕਰਦੇ ਹਨ। ਤੇ ਸਾਰੇ ਸਿੱਖ ਇੱਕ ਐਸਾ ਸਮਾਜ ਬਣਾ ਦਿੱਤਾ, ਕਰਤਾਰਪੁਰ ਦਾ ਸਮਾਜ ਇੱਕ ਐਸਾ ਸਮਾਜ ਬਣਾ ਦਿੱਤਾ ਜਿੱਥੇ ਸਾਰੇ ਇਕੱਠੇ ਮਿਲ ਕੇ ਬੈਠਦੇ ਹਨ, ਇਕੱਠੇ ਕੰਮ ਕਰਦੇ ਹਨ, ਇਕੱਠੇ ਖੇਤੀ ਕਰਦੇ ਹਨ। ਸਾਰੀ ਖੇਤੀ ਤੋਂ ਇਨਕਮ ਸਾਰੀ ਲੰਗਰ ਵਿੱਚ ਆ ਜਾਂਦੀ, ਇਕੱਠੇ ਲੰਗਰ ਛਕਦੇ ਹਨ। ਤੇ ਗੁਰੂ ਨਾਨਕ ਸਾਹਿਬ ਨੂੰ ਆਪ ਜਦੋਂ ਗੁਰੰਗਰ ਸਾਹਿਬ ਆਏ ਗੁਰੂ ਨਾਨਕ ਸਾਹਿਬ ਨੂੰ ਮਿਲਣ ਲਈ, ਤੇ ਗੁਰੂ ਨਾਨਕ ਸਾਹਿਬ ਖੇਤਾਂ ਵਿੱਚ ਕੰਮ ਕਰ ਰਹੇ ਸਨ ਜਿਸ ਵੇਲੇ ਗੁਰੂ ਅੰਗਦ ਸਾਹਿਬ ਮਿਲੇ। ਸੋ ਅਜਿਹਾ ਸਮਾਜ ਉਸ ਦਿਨਾਂ ਸੋ ਲੋਚਦੇ ਸਨ, ਜਿਹੋ ਜਿਹਾ ਸਮਾਜ ਕਰਤਾਰਪੁਰ ਵਿੱਚ ਸੀ ਜਿੱਥੇ ਸਾਰੇ ਸੁਖੀ ਵਸਦੇ ਹੋਣ। ਸੋ ਫਿਰ ਸਮਾਂ ਆ ਗਿਆ ਗੁਰੂ ਅੰਗਦ ਦੇਵ ਜੀ ਦਾ। ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਸੌਂਪੀ। ਹੁਣ ਅਸੀਂ ਨੋਟ ਕਰਦੇ ਹਾਂ ਕਿ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਨੇ ਬਹੁਤਾ ਭਰਮਣ ਨਹੀਂ ਕੀਤਾ, ਪ੍ਰਚਾਰ ਦੌਰਿਆਂ ਤੇ ਨਹੀਂ ਗਏ। ਉਹਨਾਂ ਨੇ ਸਾਰਾ ਜੋ ਕੰਮ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ ਉਸਨੂੰ ਇੱਕ ਥਾਂ ਤੇ ਬੈਠ ਕੇ ਕੰਸੋਲੀਡੇਟ ਕੀਤਾ। ਬਾਣੀ ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ ਨੂੰ ਦੇ ਗਏ ਹਨ। ਫਿਰ ਉਸਦੀ ਲਿਪੀ, ਵੈਸੇ ਤੇ ਮੈਂ ਕੁਛ ਦਿਨ ਹੀ ਹੋਏ ਪੜ੍ਹ ਰਹੀ ਸੀ ਕਿ ਗੁਰੂ ਨਾਨਕ ਸਾਹਿਬ ਨੇ ਵੀ ਇਹ ਲਿਪੀ ਯੂਜ਼ ਕੀਤੀ ਹੈ, ਪਰ ਆਮ ਤੌਰ ਤੇ ਇਹ ਖਿਆਲ ਪਾਇਆ ਜਾਂਦਾ ਹੈ ਕਿ ਗੁਰੂ ਅੰਗਦ ਸਾਹਿਬ ਨੇ, ਲਿਪੀ ਤਾਂ ਸੀ ਪਹਿਲੇ, ਪਰ ਗੁਰੂ ਅੰਗਦ ਸਾਹਿਬ ਨੇ ਉਹਨੂੰ ਬੜੀ ਸਾਇੰਟੀਫਿਕ ਫਾਰਮ ਦਿੱਤੀ। ਉਹਨਾਂ ਨੂੰ ਜਿਹੜੀ ਤਰਤੀਬ ਦਿੱਤੀ, ਊੜਾ ਐੜਾ ਈੜੀ ਸੱਸਾ, ਦੈਟ ਇਜ਼ ਵੈਰੀ ਸਾਇੰਟੀਫਿਕ ਐਂਡ ਫੋਨੈਟਿਕ। ਜਿਵੇਂ ਫੋਨੈਟਿਕ ਤਰੀਕੇ ਦੇ ਨਾਲ, ਇਹ ਵੀ ਇੱਕ ਅਲੱਗ ਵਿਸ਼ਾ ਹੈ ਜਿਹਦੇ ਤੇ ਬੜਾ ਟਾਈਮ ਲਗਾਉਣ ਦੀ ਲੋੜ ਹੈ।
ਸੋ ਗੁਰੂ ਸਾਹਿਬ ਨੇ ਉੱਥੇ ਬੱਚਿਆਂ ਦੀਆਂ ਕਲਾਸਾਂ ਲੈਣੀਆਂ ਸ਼ੁਰੂ ਕੀਤੀਆਂ, ਲੜਕਿਆਂ ਦੀਆਂ, ਲੜਕੀਆਂ ਦੀਆਂ। ਔਰ ਉਸ ਸਮੇਂ ਉਹਨਾਂ ਨੂੰ ਹਿਮਾਯੂ ਬਾਦਸ਼ਾਹ ਵੀ ਡਿਸਟਰਬ ਨਹੀਂ ਕਰ ਸਕਿਆ, ਕਿਉਂਕਿ ਗੁਰੂ ਨਾਨਕ ਸਾਹਿਬ ਸਮਝਦੇ ਸੀ ਕਿ ਐਜੂਕੇਸ਼ਨ ਇੱਕ ਐਸੀ ਚੀਜ਼ ਹੈ ਜਿਹੜੀ ਮਨੁੱਖ ਨੂੰ ਠੀਕ ਰਾਹ ਤੇ ਪਾ ਸਕਦੀ ਹੈ। ਗਿਆਨ ਤੋਂ ਬਿਨਾਂ ਪ੍ਰਜਾ ਅੰਧੀ ਹੋ ਜਾਂਦੀ ਹੈ, ਸੋ ਪ੍ਰਜਾ ਨੂੰ ਗਿਆਨ ਦੇਣਾ ਜ਼ਰੂਰੀ ਹੈ। ਗੁਰੂ ਅੰਗਦ ਸਾਹਿਬ ਨੇ ਗਿਆਨ ਦੇਣਾ ਸ਼ੁਰੂ ਕੀਤਾ, ਬੱਚਿਆਂ ਦੇ ਮੱਲ ਅਖਾੜੇ ਲਿਖਾਏ। ਲੰਗਰ ਦੀ ਪ੍ਰਥਾ ਤੇ ਗੁਰੂ ਸਾਹਿਬ ਦੇ ਟਾਈਮ ਸ਼ੁਰੂ ਹੋ ਹੀ ਗਈ ਸੀ। ਮਾਤਾ ਖੀਵੀ ਜੀ ਲੰਗਰ ਦੇ ਇੰਚਾਰਜ ਸਨ, ਬਲਵੰਤ ਖੀਵੀ। ਲੰਗਰ ਦੌਲਤ ਵੰਡੀਏ, ਰਸ ਅੰਮ੍ਰਿਤ ਖੀਰ ਘਿਆਲੀ। ਮਾਤਾ ਖੀਵੀ ਜੀ ਬੜਾ ਲੰਗਰ ਦੌਲਤ ਵੰਡ ਰਹੇ ਸੀ। ਕੁਸ਼ਤੀਆਂ ਹੋਰ ਲੱਗ ਰਹੀਆਂ ਹਨ, ਅਖਾੜੇ ਹਨ, ਫਿਜ਼ੀਕਲ ਸਿਹਤ ਦਾ ਖਿਆਲ ਕੀਤਾ ਜਾ ਰਿਹਾ, ਗੁਰਬਾਣੀ ਦੇ ਪਾਠ ਪੜ੍ਹਾਏ ਜਾ ਰਹੇ ਹਨ। ਸੋ ਇੱਕ ਥਾਂ ਤੇ ਠਹਿਰ ਕੇ ਗੁਰੂ ਅੰਗਦ ਸਾਹਿਬ ਨੇ ਉਸ ਇੱਕ ਸਮਾਜ ਦੀ ਉਸਾਰੀ ਦੇ ਲਈ ਯਤਨ ਆਰੰਭੇ, ਜਿਸ ਨੂੰ ਫਾਰਮਲਾਈਜ਼ ਕੀਤਾ, ਹੋਰ ਅੱਗੇ ਲੈ ਕੇ ਗਏ ਗੁਰੂ ਅਮਰਦਾਸ ਜੀ। ਗੁਰੂ ਅਮਰਦਾਸ ਜੀ ਨੇ ਲੰਗਰ ਦੀ ਸੰਸਥਾ ਨੂੰ ਇੰਸਟੀਟਿਊਸ਼ਨ ਬਣਾਇਆ। ਇੰਸਟੀਟਿਊਸ਼ਨ ਪਹਿਲੇ ਵੀ ਸੀ, ਪਰ ਇੱਕ ਫਾਰਮਲਾਈਜ਼ ਕਿਵੇਂ ਕੀਤਾ ਕਿ ਲੰਗਰ ਛਕੇ ਬਿਨਾ ਤੁਹਾਨੂੰ ਮੇਰੇ ਦਰਸ਼ਨ ਨਹੀਂ ਹੋਣਗੇ, ਸੰਗਤ ਵਿੱਚ ਨਹੀਂ ਆ ਸਕਦੇ। ਲੰਗਰ ਵਾਸ ਮੇਡ ਕੰਪਲਸਰੀ। ਪਹਿਲੇ ਇਹ ਸੀ ਕਿ ਜਿਸ ਨੂੰ ਲੋੜ ਸੀ ਲੰਗਰ ਛਕ ਲੈਂਦਾ ਸੀ, ਪਰ ਗੁਰੂ ਅਮਰਦਾਸ ਜੀ ਨੇ ਸਾਰੇ ਸਮਾਜ ਨੂੰ ਇਕੱਠਾ ਕਰਨ ਲਈ, ਜਾਤ ਪਾਤ ਖਤਮ ਕਰਨ ਲਈ। ਦੇਖੋ, ਜਦੋਂ ਸਮਾਜ ਵੰਡਿਆ ਹੁੰਦਾ ਨਾ ਤਾਂ ਉਦੋਂ ਉਸਨੇ ਮਾਰ ਖਾਣੀ ਖਾਣੀ ਹੈ। ਸੋ ਗੁਰੂ ਸਾਹਿਬ ਨੇ ਸਾਰੇ ਸਮਾਜ ਨੂੰ ਇਕੱਠਾ ਕਰਨਾ ਸੀ ਤਾਂ ਕਿ ਅਸੀਂ ਹਮਲਾਵਰਾਂ ਦਾ ਤੇ ਜ਼ਾਲਮਾਂ ਦਾ ਮੁਕਾਬਲਾ ਕਰ ਸਕੀਏ। ਹੁਣ ਗੁਰੂ ਸਾਹਿਬ ਨੇ ਟੋਟਲ ਰੈਵੋਲੂਸ਼ਨ ਲੈ ਕੇ ਆਂਦਾ। ਰੈਵੋਲੂਸ਼ਨ ਆਮ ਤੌਰ ਤੇ ਅਸੀਂ ਸਮਝਿਆ ਰਾਜ ਬਦਲੀ ਹੋ ਗਈ। ਆਮ ਤੌਰ ਤੇ ਰੈਵੋਲੂਸ਼ਨ ਦਾ ਮਤਲਬ ਇਹ ਸਮਝਿਆ ਕਿ ਇੱਕ ਰਾਜੇ ਨੂੰ ਹਟਾ ਕੇ ਦੂਜਾ ਰਾਜਾ ਅਸੀਂ ਬਣਾ ਦਿੱਤਾ ਤੇ ਰੈਵੋਲੂਸ਼ਨ ਆ ਗਈ। ਗੁਰੂ ਨਾਨਕ ਸਾਹਿਬ ਦਾ ਰੈਵੋਲੂਸ਼ਨ ਇੱਕ ਅਲੱਗ ਕਿਸਮ ਦਾ ਰੈਵੋਲੂਸ਼ਨ ਸੀ। ਇੱਕ ਤਾਂ ਇਸ ਰੈਵੋਲੂਸ਼ਨ ਦੀ ਜਿਹੜੀ ਬੇਸ ਸੀ ਉਹ ਪ੍ਰੇਮ ਸੀ, ਨਫ਼ਰਤ ਨਹੀਂ ਸੀ। ਰਾਜੇ ਲਈ ਵੀ ਨਫ਼ਰਤ ਨਹੀਂ ਸੀ, ਕਿਸੇ ਨਾਲ ਵੀ ਉਹਨਾਂ ਨੇ ਨਫ਼ਰਤ ਨਹੀਂ ਕੀਤੀ, ਉਹਨੂੰ ਵੀ ਪਿਆਰ ਨਾਲ ਹੀ ਸਮਝਾਇਆ ਹੈ। ਸੋ ਤੇ ਲੋੜ ਪਏ ਤੇ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਅਕਬਰ ਆਇਆ। ਦੇਖੋ, ਮੁਗਲ ਸਲਤਨਤ ਤੇ ਗੁਰੂ ਤੇ ਸਿੱਖ ਧਰਮ ਪੈਰਲਲ ਚੱਲ ਰਹੇ ਹਨ। ਗੁਰੂ ਨਾਨਕ ਸਾਹਿਬ ਦੇ ਟਾਈਮ ਤੇ ਬਾਬਰ ਆਇਆ, ਮੁਗਲ ਆਇਆ, ਪਹਿਲਾ ਮੁਗਲ ਬਾਦਸ਼ਾਹ ਇਸ ਸੰਸਾਰ ਵਿੱਚ, ਇਸ ਖਿੱਤੇ ਵਿੱਚ ਆਇਆ, ਹਿੰਦੁਸਤਾਨ ਵਿੱਚ ਆਇਆ। ਤੇ ਗੁਰੂ ਗੋਬਿੰਦ ਸਿੰਘ ਦੇ ਟਾਈਮ ਤੇ ਔਰੰਗਜ਼ੇਬ ਐਂਡ ਦੈਨ ਬਹਾਦਰ ਸ਼ਾਹ। ਇਸ ਨਾਲ ਨਾਲ ਪੈਰਲਲ ਚੱਲ ਰਹੇ ਹਨ ਤੇ ਸਮੇਂ ਦੇ ਮੁਤਾਬਿਕ ਸਾਡੇ ਸਾਰੇ ਗੁਰੂ ਸਾਹਿਬਾਨ ਦੇ ਬਾਦਸ਼ਾਹਾਂ ਨਾਲ ਸੰਬੰਧ ਰਹੇ ਹਨ। ਉਹਨਾਂ ਨੇ ਬਾਦਸ਼ਾਹ ਨੂੰ ਨਫ਼ਰਤ ਨਹੀਂ ਕੀਤੀ। ਉਹਨਾਂ ਨੇ ਅਕਬਰ ਦੇ ਨਾਲ ਜੇ ਠੀਕ ਤਰੀਕੇ ਨਾਲ ਚੱਲਿਆ ਤੇ ਅਕਬਰ ਦੇ ਨਾਲ ਉਹਨਾਂ ਦੇ ਪ੍ਰੇਮ ਪੂਰਵਕ ਸੰਬੰਧ ਸਨ। ਜੇ ਲੋੜ ਪਈ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਜਹਾਂਗੀਰ ਦੇ ਨਾਲ ਪ੍ਰੇਮ ਪੂਰਵਕ ਸੰਬੰਧ ਸਨ। ਗੁਰੂ ਹਰਰਾਏ ਸਾਹਿਬ ਜੀ ਦੇ ਦਾਰਾ ਸ਼ਿਕੋਹ ਦੇ ਨਾਲ ਸੰਬੰਧ ਸਨ। ਸੋ ਉਹਨਾਂ ਨੇ ਕਿਸੇ ਨੂੰ ਵੀ ਨਫ਼ਰਤ ਨਹੀਂ ਕੀਤੀ। ਉਹਨਾਂ ਦੀ ਰੈਵੋਲੂਸ਼ਨ ਦੀ ਬੇਸ ਪ੍ਰੇਮ ਸੀ, ਨਫ਼ਰਤ ਨਹੀਂ ਸੀ, ਗੁੱਸਾ ਨਹੀਂ ਸੀ। ਪਹਿਲਾ ਫਰਕ ਤੇ ਇਸ ਰੈਵੋਲੂਸ਼ਨ ਦਾ ਇਹ ਹੈ। ਤੇ ਦੂਸਰਾ ਫਰਕ ਕੀ ਹੈ ਕਿ ਆਮ ਤੌਰ ਤੇ ਅਸੀਂ ਰਾਜ ਬਦਲੀ ਕਰਕੇ ਰੈਵੋਲੂਸ਼ਨ ਲੈ ਕੇ ਆਉਂਦੇ ਹਾਂ। ਗੁਰੂ ਸਾਹਿਬ ਨੇ ਰਾਜ ਬਦਲੀ ਨਹੀਂ ਕੀਤੀ, ਬਾਦਸ਼ਾਹ ਨੂੰ ਕੁਛ ਨਹੀਂ ਕਿਹਾ, ਉਹਨਾਂ ਨੇ ਲੋਕਾਂ ਨੂੰ ਬਦਲਿਆ। This is the latest evolutionary theory to bring the change from the edge, to bring the change from the people who have been ignored throughout the ages. So ਉਹਨਾਂ ਨੇ ਆਮ ਬੰਦੇ ਨੂੰ ਬਦਲਿਆ, ਆਮ ਬੰਦੇ ਨੂੰ ਖੜਾ ਕੀਤਾ ਕਿ ਤੁਸੀਂ ਖੜੇ ਹੋ, ਗਿਆਨ ਲਓ, ਤੁਸੀਂ ਵਿਦਿਆ ਲਓ, ਆਪਣੇ ਆਪ ਨੂੰ ਅਧਿਆਤਮਿਕ ਤੌਰ ਤੇ ਉੱਤੇ ਚੁੱਕੋ, ਆਪਣੇ ਆਪ ਨੂੰ ਸਰੀਰਕ ਤੌਰ ਤੇ ਉੱਤੇ ਚੁੱਕੋ, ਆਪਣੇ ਆਪ ਨੂੰ ਇਮੋਸ਼ਨਲ ਤੌਰ ਤੇ ਉੱਤੇ ਚੁੱਕੋ। ਇਮੋਸ਼ਨਲ ਤੌਰ ਤੇ ਕਿਵੇਂ ਚੁੱਕਣਾ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਨੇ। ਇਹ ਨਹੀਂ ਕਿ ਇੰਨੇ ਇਮੋਸ਼ਨਲ ਹੋ ਜਾਓ, ਦੁੱਖ ਵਿੱਚ ਢੇਰੀ ਢਾ ਕੇ ਬੈਠ ਜਾਓ ਤੇ ਖੁਸ਼ੀ ਵਿੱਚ ਆ ਕੇ ਆਪਣਾ ਅਸਮਾਨ ਸਿਰ ਤੇ ਚੁੱਕ ਲਓ। ਸੋ ਉਹਨਾਂ ਨੇ ਸਾਡੀ ਸਭ ਤਰ੍ਹਾਂ ਦੀ ਪਰਸਨੈਲਿਟੀ ਦੀ ਡਿਵੈਲਪਮੈਂਟ ਕੀਤੀ, ਇਮੋਸ਼ਨਲ, ਫਿਜ਼ੀਕਲ, ਅਧਿਆਤਮਕ, ਸਭ ਤਰ੍ਹਾਂ ਦੀ ਪਰਸਨੈਲਿਟੀ ਵੱਲ ਉਹਨਾਂ ਨੇ ਗੁਰੂ ਸਾਹਿਬ ਨੇ ਧਿਆਨ ਦਿੱਤਾ, ਅਧਿਆਤਮਕ ਸਿੱਖਿਆ ਦਿੱਤੀ। ਸਮਾਜ ਦੇ ਵਿੱਚੋਂ ਗੁਰੂ ਅਮਰਦਾਸ ਜੀ ਨੇ ਜਾਤ ਪਾਤ ਖਤਮ ਕੀਤੀ, ਇਕੱਠੇ ਲੰਗਰ ਛਕਣਾ ਸ਼ੁਰੂ ਕੀਤਾ। ਬੀਬੀਆਂ ਜਿਨ੍ਹਾਂ ਨੂੰ ਸ਼ੂਦਰਾਂ ਤੋਂ ਵੀ ਥੱਲੇ ਸਮਝਿਆ ਜਾਂਦਾ ਸੀ, ਉਹਨਾਂ ਨੂੰ ਪ੍ਰਚਾਰਕ ਬਣਾ ਕੇ ਭੇਜਿਆ। ਸੋ ਫਿਰ ਗੁਰੂ ਰਾਮਦਾਸ ਜੀ ਦਾ ਸਮਾਂ ਆਇਆ। ਗੁਰੂ ਰਾਮਦਾਸ ਜੀ ਦਾ ਸਮਾਂ ਆਇਆ ਤੇ ਉਹਨਾਂ ਨੂੰ ਲੱਗਿਆ ਕਿ ਕਿਸੇ ਵੀ ਕੌਮ ਦਾ, ਮੈਨੂੰ ਯਾਦ ਹੈ ਕਿ ਲੌਂਗ ਟਾਈਮ ਬੈਕ ਡਾਕਟਰ ਨੇਕੀ ਨੇ ਇੱਕ ਲੈਕਚਰ ਕੀਤਾ ਸੀ ਜਿਹਦੇ ਵਿੱਚ ਕੌਮ ਦੇ ਉਹਨਾਂ ਨੇ ਦੱਸੇ ਸੀ ਕਿ ਕੀ ਕੀ ਨਿਸ਼ਾਨੀਆਂ ਸੀ, ਕੌਮ ਅਲੱਗ ਹੈ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਭ ਤੋਂ ਪਹਿਲੇ ਤਾਂ ਇੱਕ ਧਰਮ ਹੋਵੇ ਆਪਣਾ ਅਲੱਗ, ਇੱਕ ਸੈਂਟਰਲ ਤੁਹਾਡਾ ਤੀਰਥ ਸਥਾਨ ਵੀ ਅਲੱਗ ਹੋਵੇ। ਸੋ ਗੁਰੂ ਰਾਮਦਾਸ ਜੀ ਨੇ ਉਹ ਸਾਡੀ ਸੈਂਟਰਲ ਪਲੇਸ
ਜਿੱਥੇ ਸਾਰਾ ਸੰਸਾਰ ਅੰਮ੍ਰਿਤਸਰ ਦੇ ਦਰਸ਼ਨਾਂ ਨੂੰ ਲੋਚਦਾ ਹੈ। ਅਰਦਾਸ ਵੀ ਅਸੀਂ ਕਰਦੇ ਹਾਂ ਤਾਂ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਉੱਥੋਂ ਦੀ ਅਸੀਂ ਅਰਦਾਸ ਕਰਦੇ ਹਾਂ। ਦਿਸ ਵਾਜ਼ ਅ ਸੈਂਟਰਲ ਪਲੇਸ। ਤੇ ਜਿਹੜਾ ਵੀ ਹਾਕਮ ਆਇਆ, ਜਿਹੜਾ ਵੀ ਧਾੜਵੀ ਆਇਆ, ਉਸਨੇ ਇਸ ਸਥਾਨ ਤੇ ਹੀ ਹਮਲਾ ਕੀਤਾ ਹੈ, ਕਿਉਂਕਿ ਸਾਡੀ ਸੈਂਟਰਲ ਥਾਂ ਸੀ। ਹੋਰ ਵੀ ਬੜੇ ਗੁਰਦੁਆਰੇ ਹਨ, ਨਨਕਾਣਾ ਸਾਹਿਬ ਬੜਾ ਇਤਿਹਾਸਕ ਗੁਰਦੁਆਰਾ ਹੈ, ਪਟਨਾ ਸਾਹਿਬ ਹੈ, ਉਧਰ ਹਜ਼ੂਰ ਸਾਹਿਬ ਹੈ। ਸੋ ਬੜੇ ਹੀ ਸਾਡੇ ਇਤਿਹਾਸਕ ਗੁਰਦੁਆਰੇ ਹਨ ਜਿਨ੍ਹਾਂ ਦੀ ਬਹੁਤ ਜ਼ਿਆਦਾ ਮਹਾਨਤਾ ਹੈ, ਬਹੁਤ ਜ਼ਿਆਦਾ ਹਿਸਟੋਰੀਕਲ ਇੰਪੋਰਟੈਂਸ ਹੈ, ਸਾਰਾ ਕੁਛ ਹੈ। ਪਰ ਜਿਹੜਾ ਵੀ ਹਮਲਾਵਰ ਆਇਆ ਉਸਨੇ ਅਟੈਕ ਕੀਤਾ ਹਰਿਮੰਦਰ ਸਾਹਿਬ ਤੇ। ਕਿਉਂ? ਕਿਉਂਕਿ ਗੁਰੂ ਰਾਮਦਾਸ ਜੀ ਵੱਲੋਂ ਇਹ ਸਥਾਨ ਬਣਾਇਆ ਗਿਆ ਸੀ which was supposed to be our central place, ਜਿੱਥੇ ਅਸੀਂ ਹਰ ਦੁੱਖ ਸੁੱਖ ਵੇਲੇ ਇਕੱਠੇ ਹੋਣਾ ਹੈ। ਖਾਲਸਾ ਵਿਸਾਖੀ ਦੀਵਾਲੀ ਤੇ ਇਕੱਠਾ ਹੁੰਦਾ ਸੀ ਐਜ਼ ਏ ਕਮਿਊਨਿਟੀ, ਆਪਣੀਆਂ ਅਰਦਾਸਾਂ ਕਰਦਾ ਸੀ, ਆਪਣੀਆਂ ਫਿਊਚਰ ਪਲਾਨਸ ਬਣਾਉਂਦਾ ਸੀ। ਸੋ ਕਿਸੇ ਵੀ ਕੌਮ ਦੇ ਲਈ ਇੱਕ ਘਰ ਤੇ ਹੋਣਾ ਬਣਦਾ ਹੈ ਨਾ। ਸੋ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ ਪਹਿਲੇ, ਔਰ ਜਦੋਂ ਸ਼ਹਿਰ ਵਸਾਇਆ ਸਮਾਜ ਨਾਲ ਕਿੰਨੇ ਕੁ ਗੁਰੂ ਸਾਹਿਬ ਜੁੜੇ ਹੋਏ ਸੀ। ਇਸ ਗੱਲ ਦਾ ਲੱਗਦਾ ਹੈ, ਇਸ ਗੱਲ ਤੋਂ ਲੱਗਦਾ ਹੈ ਕਿ ਉਸ ਸਮੇਂ 52 ਕਿੱਤੇ ਸਨ, 52 ਤਰ੍ਹਾਂ ਦਾ ਕੰਮ ਸੀ। 52 ਦੇ 52 ਕਿੱਤੇ ਗੁਰੂ ਸਾਹਿਬ ਨੇ ਉੱਥੇ ਐਸਟੈਬਲਿਸ਼ ਕੀਤੇ। ਪਹਿਲੇ ਇਕਨੋਮਿਕਲੀ ਸਟਰੋਂਗ ਕੀਤਾ ਸ਼ਹਿਰ ਨੂੰ, ਇਕਨੋਮਿਕਲੀ ਸੈਲਫ ਸਸਟੇਨਿੰਗ ਬਣਾਇਆ। ਅੰਮ੍ਰਿਤਸਰ ਬੜਾ ਵੱਡਾ ਵਪਾਰ ਦਾ ਕੇਂਦਰ ਸੀ। ਤੇ ਫਿਰ ਗੁਰੂ ਅਰਜਨ ਸਾਹਿਬ ਨੇ ਉਸ ਤੋਂ ਬਾਅਦ ਹਰਿਮੰਦਰ ਸਾਹਿਬ ਦੀ ਉਸਾਰੀ ਬਾਅਦ ਵਿੱਚ ਹੋਈ, ਜਿਸ ਦੀ ਨੀਂਹ ਗੁਰੂ ਅਰਜਨ ਸਾਹਿਬ ਨੇ ਸਾਈਂ ਮੀਆਂ ਮੀਰ ਕੋਲੋਂ ਰਖਵਾਈ। ਆਲੇ ਦੁਆਲੇ ਸਰੋਵਰ ਬਣਾਇਆ। ਆਮ ਤੌਰ ਤੇ ਅਸੀਂ ਕਹਿ ਦਿੰਦੇ ਹਾਂ ਜੀ ਸਰੋਵਰ ਵਿੱਚ ਇਸ਼ਨਾਨ ਕਰਨ ਦੀ ਕੀ ਲੋੜ ਹੈ, ਗੁਰੂ ਸਾਹਿਬ ਨੇ ਤੇ ਕਿਹਾ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਸੋ ਇੱਥੇ ਤੀਰਥ ਦੀ ਉਹ ਇੰਪੋਰਟੈਂਸ ਜੋ ਅਸੀਂ ਇਹ ਸਮਝਦੇ ਹਾਂ ਕਿ ਸਾਡੇ ਜਨਮ ਮਰਨ ਦੇ ਪਾਪ ਕੱਟੇ ਜਾਣਗੇ, ਉਹਨੂੰ ਮੈਂ ਨਿਗੇਟ ਤਾਂ ਨਹੀਂ ਕਰਦੀ, ਵਿਸ਼ਵਾਸ ਹੈ ਜਿਸ ਦਾ ਹੈ ਉਹ ਠੀਕ ਹੈ। ਪਰ ਅਸਲ ਗੱਲ ਇੱਥੇ ਇਹ ਸੀ ਕਿ ਉੱਥੇ ਪਾਣੀ ਲੈਣ ਲਈ, ਨਹਾਉਣ ਲਈ ਖੂਹ ਅਲੱਗ ਸਨ। ਉਸ ਸਮੇਂ ਸ਼ੂਦਰਾਂ ਦੇ ਅਲੱਗ ਸਨ ਤੇ ਬ੍ਰਾਹਮਣਾਂ ਦੇ ਅਲੱਗ ਸੀ। ਗੁਰੂ ਸਾਹਿਬ ਨੇ ਕਿਹਾ ਇੱਕੋ ਥਾਂ ਤੇ ਇਸ਼ਨਾਨ ਕਰੋ। ਤੇ ਫਿਰ ਸੈਕੰਡਲੀ ਉੱਥੇ ਹਰ ਸਮੇਂ ਬਾਣੀ ਦਾ ਪਾਠ ਹੁੰਦਾ ਹੈ। ਅੰਮ੍ਰਿਤਸਰ ਸਰੋਵਰ ਦੀ ਇੰਪੋਰਟੈਂਸ ਇਸ ਲਈ ਵੀ ਹੈ ਕਿ ਉਸ ਥਾਂ ਤੇ ਹਰ ਸਮੇਂ ਗੁਰਬਾਣੀ ਦਾ 24 ਘੰਟੇ ਉੱਥੇ ਜਦੋਂ ਸੁਖਾਸਨ ਹੋ ਜਾਂਦਾ ਉਸ ਤੋਂ ਬਾਅਦ ਵੀ ਸੰਗਤ ਆ ਪਾਠ ਕਰਨਾ ਨਹੀਂ ਬੰਦ ਕਰਦੀ। ਹਰ ਸਮੇਂ ਉੱਥੇ ਸੰਗਤ ਹੈ, 24 ਘੰਟੇ ਨਾਮ ਸਿਮਰਨ ਹੁੰਦਾ ਹੈ। ਤੇ ਸਾਨੂੰ ਪਤਾ ਹੈ ਡਾਕਟਰ ਸਾਹਿਬ ਇਸ ਗਰੁੱਪ ਵਿੱਚ ਡਾਕਟਰ ਕਾਫੀ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਹੁਣ ਐਕਸਪੈਰੀਮੈਂਟ ਹੋ ਰਹੇ ਹਨ ਕਿ ਪਾਣੀ ਦੇ ਉੱਤੇ ਨਾਮ ਬਾਣੀ ਦਾ ਅਸਰ ਬੜਾ ਹੁੰਦਾ ਹੈ। ਸੋ ਇਹ ਆਮ ਪਾਣੀ ਨਹੀਂ ਹੈ, ਇਸ ਦੇ ਉੱਤੇ ਨਾਮ ਬਾਣੀ। ਅੰਮ੍ਰਿਤ ਜਦੋਂ ਛਕਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਦੋਂ ਵੀ ਜਲ ਹੀ ਲਿਆ ਕਿ ਜਲ ਉੱਤੇ ਬਾਣੀ ਦਾ ਅਸਰ, ਵਿਚਾਰਾਂ ਦਾ ਅਸਰ, ਨੈਗੇਟਿਵ ਵਿਚਾਰਾਂ ਦਾ ਵੀ ਅਸਰ ਹੁੰਦਾ ਤੇ ਪੋਜ਼ਿਟਿਵ ਵਿਚਾਰਾਂ ਦਾ ਵੀ ਅਸਰ ਹੁੰਦਾ ਹੈ। ਇਹ ਐਕਸਪੈਰੀਮੈਂਟ ਪ੍ਰੂਵ ਹੋ ਚੁੱਕੇ ਹਨ। ਤੁਸੀਂ ਨੈਟ ਤੇ ਦੇਖਣਾ ਚਾਹੋ ਤੇ ਦੇਖ ਸਕਦੇ ਹੋ। ਡਾਕਟਰ ਇਮੋਟੋ ਹੈ ਜਾਪਾਨ ਦਾ, ਜਿਸ ਨੇ ਬੁੱਕਸ ਲਿਖੀਆਂ ਹਨ ਦ ਸੀਕ੍ਰੇਟਸ ਆਫ ਵਾਟਰ। ਪਾਣੀ ਦੇ ਵਿੱਚ ਉਸਨੇ ਐਕਸਪੈਰੀਮੈਂਟ ਕੀਤੇ ਹਨ ਕਿ ਜੇ ਪਾਣੀ ਦੇ ਸਾਹਮਣੇ ਬਾਣੀ ਪੜੋ, ਪਾਠ ਕਰੋ, ਆਈ ਥੈਂਕ ਯੂ ਕਹੋ, ਉਹਦੇ ਨਾਲ ਵੀ ਪਾਣੀ ਵਿੱਚ ਜਿਹੜਾ ਹੈ ਚਮਕ ਆ ਜਾਂਦੀ ਹੈ। ਤੇ ਜੇ ਕਹੋ ਆਈ ਹੇਟ ਯੂ ਕਹੋ, ਇਹ ਤਾਂ ਪਾਣੀ ਦਾ ਹਾਲਤ ਜੋ ਹੋ ਜਾਂਦੀ ਹੈ। ਇਹ ਨੈਟ ਤੇ ਤੁਸੀਂ ਸਾਰੇ ਦੇਖ ਸਕਦੇ ਹੋ। ਇਹ ਅੱਜ ਕੱਲ੍ਹ ਸਾਇੰਟੀਫਿਕਲੀ ਪ੍ਰੂਵ ਹੋ ਚੁੱਕਿਆ ਹੈ। ਸੋ ਸਰੋਵਰ ਬਣਾਇਆ ਜਿਹਦੀ ਠੰਡਕ ਦੇ ਨਾਲ, ਬਾਣੀ ਦੀ ਠੰਡਕ ਇੱਕ ਗੱਲ ਤੇ ਹਵਾ ਪਾਣੀ ਨਾਲ ਜਿਸ ਵੇਲੇ ਰੁਮਕ ਕੇ ਲੰਘਦੀ ਹੈ ਤਾਂ ਹਰਿਮੰਦਰ ਸਾਹਿਬ ਅੰਦਰ ਬੈਠਿਆ ਐਸੇ ਤਰੀਕੇ ਦੀ ਡਾਇਰੈਕਸ਼ਨ ਗੁਰੂ ਸਾਹਿਬ ਨੇ ਬਣਾਈ ਹੈ ਜਿਹੜੀ ਅੰਦਰ ਤੁਹਾਨੂੰ ਬੈਠਿਆ ਗਰਮੀ ਵੀ ਨਹੀਂ ਲੱਗਦੀ। ਔਰ ਕੈਸੀ ਕੰਸਟਰਕਸ਼ਨ ਕੀਤੀ ਹੈ। ਅੱਜ ਕੱਲ੍ਹ ਤੇ ਸਾਡੇ ਕੋਲ ਮਾਈਕ ਹੈਗੇ ਨੇ, ਲਾਊਡ ਸਪੀਕਰ ਨੇ, ਉਦੋਂ ਬਿਨਾਂ ਲਾਊਡ ਸਪੀਕਰ ਤੇ ਆਵਾਜ਼ ਟਕਰਾ ਕੇ ਫਿਰ ਵਾਪਸ ਸਾਰੀ ਸੰਗਤ ਨੂੰ ਪਰਿਕਰਮਾ ਤੱਕ ਆਵਾਜ਼ ਸੁਣਦੀ ਸੀ। ਸੋ ਇਹ ਗੁਰੂ ਅਰਜਨ ਸਾਹਿਬ ਨੇ ਫਿਰ ਸਾਡਾ ਤੀਰਥ ਪਹਿਲੇ ਸ਼ਹਿਰ ਵਸਾਇਆ ਗਿਆ, ਫਿਰ ਤੀਰਥ ਅਸਥਾਨ ਬਣਾਇਆ। ਔਰ ਦੂਸਰਾ ਕੰਮ ਜੋ ਹੋਰ ਗੁਰੂ ਸਾਹਿਬ ਦੇ ਹਰ ਗੁਰੂ ਦਾ ਬੜਾ ਵੱਡਾ ਯੋਗਦਾਨ ਹੈ। ਪਰ ਮੈਂ ਆਈ ਜਸਟ ਟੱਚ ਅਪਨ ਦ ਪੁਆਇੰਟਸ ਜਿਨ੍ਹਾਂ ਨੇ ਸਾਨੂੰ ਅੱਗੇ ਲੈ ਕੇ ਗਏ। ਸਾਡੀ ਕੌਮ ਦੀ ਉਸਾਰੀ ਵਿੱਚ ਜਿਨ੍ਹਾਂ ਪੁਆਇੰਟਸ ਨੇ ਹਿੱਸਾ ਪਾਇਆ, ਮੈਂ ਸਿਰਫ ਉਹ ਪੁਆਇੰਟ ਟੱਚ ਕਰਾਂਗੀ ਕਿਉਂਕਿ ਸਮੇਂ ਦੀ ਪਾਬੰਦੀ ਹੈ। ਹੁਣ ਗੁਰੂ ਅਰਜਨ ਸਾਹਿਬ ਨੇ ਘੋੜਿਆਂ ਦਾ ਵਪਾਰ ਵੀ ਸ਼ੁਰੂ ਕੀਤਾ ਸੀ, ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ। ਇਕਨੋਮਿਕਲੀ ਸਾਰੇ ਗੁਰੂ ਸਾਹਿਬਾਨ ਨੇ ਸਾਨੂੰ ਅੱਗੇ ਲੈ ਕੇ ਜਾਣ ਵਿੱਚ ਯੋਗਦਾਨ ਪਾਇਆ, ਸਾਨੂੰ ਮੋਟੀਵੇਟ ਕੀਤਾ ਕਿ ਇਕਨੋਮਿਕਲੀ ਇੰਡੀਪੈਂਡੈਂਟ ਹੋਵੋ। ਗੁਰਬਾਣੀ ਦੀ ਤੁਕ ਵੀ ਹੈ, ਜਿਸ ਗ੍ਰਹਿ ਬਹੁਤ
तिसे ग्रह चिंता, जिहदे कोल बहुत माया है वो हर वेले चिंता विच फसिया है। जिस ग्रह थोड़ी सो फिरे परमंता, जिहदे घर थोड़ी माया वो बेचारा भरमदा फिरदा, हर वेले इस चक्कर विच पिया मैं होर पैसा कित्थों कमावां, भज दौड़ करां, बच्चियां दी पालना पोषण करना, दोहों विवस्था तेजो मुक्ता, सोई सुहेला भालीए। पैसे दे पिछे दौड़न दी लोड़ भी नहीं, पर पैसे वालों इंडिपेंडेंट बनने की लोड़ है। सो व्यापार भी करना गुरु साहब ने, व्यापार तो पहले ही शुरू गुरु साहब ने गुरु रामदास जी ने सिखा दिता, जो सारे कित्तियां वन उत्थे अमृतसर लिया के वसाया। पर गुरु अर्जन देव जी ने एक होर नवां काम किया कि काबल दे काबली घोड़े सब तो वधिया समझे जाते सन उस समय। गुरसिखां नूं काबल भेजिया घोड़ियां दा व्यापार करन दे लई। हुण ये केवल व्यापार नहीं सी, ਇਹਦੇ ਪਿੱਛੇ ਹੋਰ ਬਹੁਤ ਡੂੰਘੀ ਗੱਲ ਸੀ। ਵਪਾਰ ਹੋਰ ਡਰਾਈ ਫਰੂਟ ਦਾ ਵੀ ਕਰ ਸਕਦੇ ਸੀ, ਉੱਥੇ ਵੀ ਬੜਾ ਡਰਾਈ ਫਰੂਟ ਵੀ ਬੜਾ ਮਿਲਦਾ, ਹੋਰ ਵੀ ਬਹੁਤ ਕੁਝ ਮਿਲਦਾ, ਪਰ ਗੁਰੂ ਸਾਹਿਬ ਨੇ ਘੋੜਿਆਂ ਦੇ ਵਪਾਰ ਲਈ ਭੇਜਿਆ ਸਿੱਖਾਂ ਨੂੰ। ਕਾਰਨ ਕੀ ਸੀ? ਗੁਰੂ ਸਾਹਿਬ ਸਮਝ ਰਹੇ ਸੀ ਕੌਮ ਦੀ ਉਸਾਰੀ ਕਰਨੀ ਹੈ ਤੇ ਕੌਮ ਨੂੰ ਅੱਗੇ ਹਰ ਤਰ੍ਹਾਂ ਨਾਲ ਵਧਣਾ ਪਏਗਾ, ਫਿਜ਼ੀਕਲੀ ਵੀ ਸਟਰੋਂਗ ਹੋਣਾ ਪਏਗਾ ਤੇ ਜ਼ਾਲਮਾਂ ਦੇ ਨਾਲ ਜੰਗ ਵੀ ਕਰਨਾ ਪਏਗਾ। ਤੇ ਜੇ ਜ਼ਾਲਮਾਂ ਦੇ ਨਾਲ ਜੰਗ ਕਰਨਾ ਪਏਗਾ ਤੇ ਘੋੜਸਵਾਰੀ ਤਾਂ ਸਿੱਖਣੀ ਪਏਗੀ। ਗੁਰੂ ਅਰਜਨ ਦੇਵ ਜੀ ਆਪ ਬੜੀ ਅੱਛੀ ਘੋੜਸਵਾਰੀ ਕਰਦੇ ਸੀ, ਬੜੇ ਅੱਛੇ ਤੀਰ ਅੰਦਾਜ਼ ਸਨ। ਅਸੀਂ ਸਾਖੀ ਪੜ੍ਹਦੇ ਹਾਂ ਕਿ ਗੁਰੂ ਅਰਜਨ ਸਾਹਿਬ ਦੀ ਜਦੋਂ ਮੈਰਿਜ ਹੋਈ, ਬਰਾਤ ਗਈ, ਤੇ ਉਦੋਂ ਇੱਕ ਰਿਵਾਜ ਸੀ ਕਿ ਜ਼ਮੀਨ ਦੇ ਵਿੱਚ ਇੱਕ ਕਿੱਲਾ ਗੱਡ ਦਿੰਦੇ ਸੀ, ਤੇ ਜਿਹੜਾ ਲੜਕਾ ਹੁੰਦਾ ਸੀ ਮੈਰਿਜ ਵਾਲਾ, ਉਹਦੇ ਤੋਂ ਉਮੀਦ ਕੀਤੀ ਜਾਂਦੀ ਸੀ ਵੀ ਘੋੜਾ ਦੌੜਾਉਂਦਾ ਦੌੜਾਉਂਦਾ ਆਏ ਤੇ ਉਹ ਨੇਜ਼ੇ ਦੇ ਨਾਲ ਉਹ ਕਿੱਲੇ ਨੂੰ ਪੁੱਟ ਦੇਵੇ। ਜੇ ਕਿੱਲਾ ਪੁੱਟਿਆ ਜਾਂਦਾ ਤਾਂ ਸਮਝਿਆ ਜਾਂਦਾ ਸੀ ਕਿ ਲੜਕੇ ਵਿੱਚ ਠੀਕ ਜਾਨ ਹੈਗੀ ਹੈ, ਉਹ ਸਟਰੋਂਗ ਹੈ, ਉਹ ਦੁਸ਼ਮਣਾਂ ਦਾ ਮੁਕਾਬਲਾ ਕਰ ਸਕਦਾ ਹੈ। ਕਹਿੰਦੇ ਹਨ ਇੱਕ ਸਾਖੀ ਹੈ ਕਿ ਗੁਰੂ ਅਰਜਨ ਸਾਹਿਬ ਦੀਆਂ ਸਾਲੀਆਂ ਨੇ, ਇੱਕ ਥੋੜੀ ਜਿਹੀ ਸਾਲੀਆਂ ਤੁਹਾਨੂੰ ਪਤਾ ਮਜ਼ਾਕ ਕਰਦੀਆਂ ਨੇ, ਉਹਨਾਂ ਨੇ ਸੋਚਿਆ ਕਿ ਅਸੀਂ ਦੇਖਦੇ ਹਾਂ, ਟੈਸਟ ਕਰਦੇ ਹਾਂ। ਉਹਨਾਂ ਨੇ ਇੱਕ ਦਰਖਤ ਨੂੰ ਉੱਤੋਂ ਵੱਢ ਦਿੱਤਾ, ਦਰਖਤ ਦਾ ਤਣਾ ਕੱਟ ਦਿੱਤਾ ਤੇ ਕਿਹਾ ਵੀ ਇਹਨੂੰ ਪੁੱਟ ਕੇ ਦਿਖਾਓ, ਤੇ ਗੁਰੂ ਅਰਜਨ ਸਾਹਿਬ ਉਹ ਦਰਖਤ ਤਣੇ ਸਮੇਤ ਉਹਨਾਂ ਨੇ ਪੁੱਟ ਲਿਆ ਜ਼ਮੀਨ ਵਿੱਚੋਂ। ਇਹ ਸਾਖੀ ਅਸੀਂ ਸੁਣਦੇ ਆਏ ਹਾਂ। ਸੋ ਗੁਰੂ ਅਰਜਨ ਸਾਹਿਬ ਘੋੜਸਵਾਰ ਕਿੰਨੇ ਅੱਛੇ ਸਨ, ਇਹ ਸਾਨੂੰ ਇਸ ਗੱਲ ਤੋਂ ਪਤਾ ਲੱਗਦਾ। ਬੇਸ਼ੱਕ ਉਹਨਾਂ ਨੂੰ ਯੁੱਧ ਕਰਨ ਦਾ ਸਮਾਂ ਨਹੀਂ ਆਇਆ, ਪਰ ਉਹਨਾਂ ਨੂੰ ਪਤਾ ਹੈ ਅੱਗੋਂ ਆ ਰਿਹਾ ਹੈ ਸਮਾਂ। ਜਿਸ ਵੇਲੇ ਸ਼ਹੀਦ ਹੋਣ ਲਈ ਜਾਣ ਲੱਗੇ ਗੁਰੂ ਅਰਜਨ ਸਾਹਿਬ, ਤਾਂ ਆਪਣੇ ਬੇਟੇ ਨੂੰ ਇੰਸਟਰਕਸ਼ਨ ਦੇ ਕੇ ਗਏ ਕਿ ਬੀ ਆਰਮਡ, ਫੁੱਲੀ ਆਰਮਡ, ਪੂਰੀ ਤਰ੍ਹਾਂ ਆਰਮਡ ਹੋਵੋ, ਪੂਰੀ ਤਰ੍ਹਾਂ ਸ਼ਸਤਰਧਾਰੀ ਹੋਵੋ, ਕਿਉਂਕਿ ਹੁਣ ਸਮਾਂ ਆ ਰਿਹਾ ਜੇ ਸ਼ਹੀਦ ਕਰਨ ਤੇ ਆ ਗਿਆ ਦੁਸ਼ਮਣ ਇਸ ਹੱਦ ਤੱਕ ਤੁਲ ਗਿਆ ਹੈ ਕਿ ਤੁਹਾਨੂੰ ਤੱਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕਰ ਦੇਵੇ, ਤਾਂ ਬਸ ਇੱਥੋਂ ਤੱਕ ਹੀ ਠੀਕ ਹੈ, ਉਸ ਤੋਂ ਬਿਯੋਂਡ ਅਸੀਂ ਨਹੀਂ ਸਹਿਣਾ। ਇੱਕ ਲਿਮਿਟ ਹੈ। ਅਸੀਂ ਸ਼ਾਂਤੀ ਦੇ ਨਾਲ ਕੋਸ਼ਿਸ਼ ਕਰ ਲਈ ਜ਼ੁਲਮ ਨੂੰ ਸਮਝਾਉਣ ਦੀ, ਪਰ ਫਿਰ ਵੀ ਜੇ ਉਹਦਾ ਮਨ ਨਹੀਂ ਬਦਲਿਆ ਤਾਂ ਫਿਰ ਸਾਨੂੰ ਯੁੱਧ ਕਰਨਾ ਪਏਗਾ। ਹੁਣ ਸਿੱਖ ਇੱਕਦਮ ਤੇ ਘੋੜਿਆਂ ਤੇ ਬੈਠ ਨਹੀਂ ਸੀ ਸਕਦੇ, ਇੱਕਦਮ ਤੇ ਲੜਾਈ ਕਰ ਨਹੀਂ ਸੀ ਸਕਦੇ। ਸੋ ਪਹਿਲੇ ਘੋੜਿਆਂ ਦੀ ਪਹਿਚਾਣ ਕਰਨੀ ਜ਼ਰੂਰੀ ਸੀ। ਸੋ ਉਹਨਾਂ ਨੇ, ਗੁਰੂ ਸਾਹਿਬ ਨੇ ਸਿੱਖਾਂ ਨੂੰ ਘੋੜਿਆਂ ਦਾ ਵਪਾਰ ਕਰਨ ਲਈ ਭੇਜਿਆ ਤਾਂ ਕਿ ਉਹ ਘੋੜਿਆਂ ਦੀ ਪਹਿਚਾਣ ਚੰਗੀ ਤਰ੍ਹਾਂ ਕਰ ਸਕਣ, ਹੁਣ ਸਮਝ ਆ ਜਾਏ ਕਿਹੜਾ ਘੋੜਾ ਚੰਗਾ ਕਿਹੜਾ ਨਹੀਂ ਚੰਗਾ। ਸੋ ਗੁਰੂ ਸਾਹਿਬ ਫੁੱਲੀ ਆਮ ਕਰਨ ਲਈ ਵੀ ਆਪਣੇ ਆਪ ਨੂੰ ਇੰਸਟਰਕਸ਼ਨ ਦੇ ਕੇ ਗਏ, ਘੋੜਿਆਂ ਦੇ ਵਪਾਰ ਲਈ ਪਹਿਲੇ ਲਗਾ ਗਏ ਸੀ। ਤੇ ਫਿਰ ਡਾਕਟਰ ਨੇਕੀ ਇਹ ਵੀ ਦੱਸਦੇ ਹੁੰਦੇ ਸੀ ਕਿ ਜਿਹੜੀ ਅਲੱਗ ਕੌਮ ਹੈ ਉਹਦਾ ਧਰਮ ਗ੍ਰੰਥ ਆਪਣਾ ਹੋਣਾ ਚਾਹੀਦਾ, ਇੱਕ ਤੀਰਥ ਸਥਾਨ ਆਪਣਾ ਹੋਣਾ ਚਾਹੀਦਾ, ਇੱਕ ਭਾਸ਼ਾ ਆਪਣੀ ਹੋਣੀ ਚਾਹੀਦੀ ਹੈ, ਲਿਪੀ ਆਪਣੀ ਹੋਣੀ ਚਾਹੀਦੀ ਹੈ। ਇਹ ਬੜੀਆਂ ਗੱਲਾਂ ਉਹਨਾਂ ਨੇ ਦੱਸੀਆਂ ਜਦੋਂ ਉਹਨਾਂ ਨੇ ਆਪਣਾ ਇਹ ਲੈਕਚਰ ਕੀਤਾ, ਸਿੱਖਸ ਆਰ ਏ ਨੇਸ਼ਨ, ਇਸ ਟੌਪਿਕ ਤੇ ਉਹਨਾਂ ਨੇ ਲੈਕਚਰ ਕੀਤਾ ਸੀ। ਉਸ ਸਮੇਂ ਕੀਤਾ ਸੀ ਜਦੋਂ ਇਸ ਅੱਜ ਤੇ ਅਸੀਂ ਸਮਝ ਰਹੇ ਹਾਂ ਸਿੱਖ ਅਲੱਗ ਕੌਮ ਹੈ, ਜਦੋਂ ਸਾਨੂੰ ਪਤਾ ਨਹੀਂ ਸੀ ਹਾਲੇ ਤੇ ਸਾਡੀ ਅਲੱਗ ਐਗਜ਼ਿਸਟੈਂਸ ਕੀ। ਅੱਜ ਤੋਂ ਸ਼ਾਇਦ 40 ਸਾਲ ਪਹਿਲੇ, 40-42 ਸਾਲ ਪਹਿਲੇ ਮੈਂ ਉਹਨਾਂ ਦਾ ਲੈਕਚਰ ਸੁਣਿਆ ਸੀ। ਸੋ ਲਿਪੀ ਆਪਣੀ ਹੋਣੀ ਚਾਹੀਦੀ, ਧਰਮ ਗ੍ਰੰਥ ਆਪਣਾ ਹੋਣਾ, ਇਹ ਕੌਮ ਦੀ ਉਸਾਰੀ ਹੋ ਰਹੀ ਹੈ। ਸੋ ਗੁਰੂ ਅਰਜਨ ਸਾਹਿਬ ਨੇ ਕੌਮ ਦੀ ਉਸਾਰੀ ਲਈ ਧਰਮ ਗ੍ਰੰਥ ਆਪਣਾ ਸਾਨੂੰ ਦੇ ਦਿੱਤਾ, ਔਰ ਐਸਾ ਧਰਮ ਗ੍ਰੰਥ ਦਿੱਤਾ ਜਿਸ ਵਿੱਚ ਜਿਹੜਾ ਇੱਕ ਸੈਕੂਲਰ ਨੇਚਰ ਦਾ ਧਰਮ ਗ੍ਰੰਥ ਸੀ, ਜਿਹਦੇ ਵਿੱਚ ਜ਼ਾਤ ਪਾਤ ਧਰਮ ਦੀ ਉੱਚੇ ਨੀਵੀਂ ਦੀ ਕੋਈ ਉਹਦੇ ਵਿੱਚ ਵਿਲੱਖਣਤਾ, ਕੋਈ ਉਹਨਾਂ ਨੇ ਫਰਕ ਨਹੀਂ ਰੱਖਿਆ ਸੀ। ਸੋ ਗੁਰੂ ਅਰਜਨ ਸਾਹਿਬ ਸਾਨੂੰ ਧਰਮ ਗ੍ਰੰਥ ਵੀ ਦੇ ਗਏ, ਸਾਨੂੰ ਘੋੜਿਆਂ ਦਾ ਵਪਾਰ ਕਰਨਾ ਵੀ ਸਿਖਾ ਗਏ। ਹੁਣ ਸਾਡਾ ਸ਼ਹਿਰ ਵੀ ਬਣ ਗਿਆ, ਅੰਮ੍ਰਿਤਸਰ ਸ਼ਹਿਰ ਵੀ ਬਣ ਗਿਆ, ਐਸਾ ਸ਼ਹਿਰ ਜਿਹੜਾ ਸਾਡਾ ਸੈਂਟਰ ਆਫ ਐਕਟੀਵਿਟੀ ਬਣਿਆ। ਫਿਰ ਹਰਗੋਬਿੰਦ ਸਾਹਿਬ ਆਏ ਤੇ ਉਹਨਾਂ ਨੇ ਜੰਗਾਂ ਕੀਤੀਆਂ, ਲੜਾਈਆਂ ਕੀਤੀਆਂ ਤੇ ਸਾਨੂੰ ਅਕਾਲ ਤਖਤ ਸਾਹਿਬ ਬਣਾਇਆ।
ਸੋ ਇੱਕ ਕੌਮ ਦੀ ਉਸਾਰੀ ਹੋ ਰਹੀ ਹੈ ਜਿਸ ਕੌਮ ਨੇ ਇਸ ਸੰਸਾਰ, ਇਸ ਸਮਾਜ ਦਾ, ਇਸ ਖਿੱਤੇ ਦਾ, ਦੁਨੀਆ ਦੇ ਇਸ ਖਿੱਤੇ ਦਾ ਇਤਿਹਾਸ ਬਦਲਣਾ ਹੈ। ਸੋ ਕੌਮ ਦੀ ਉਸਾਰੀ ਹਰ ਗੁਰੂ ਕਹਿੰਦੇ ਕਿ ਚੰਗਾ ਲੀਡਰ ਉਹ ਹੁੰਦਾ ਹੈ ਜਿਹੜਾ ਆਪਣੇ ਵਰਗੇ ਲੀਡਰ ਹੋਰ ਵੀ ਪੈਦਾ ਕਰੇ। ਸੋ ਉਹਨਾਂ ਨੇ ਆਪਣੇ ਵਰਗੇ ਲੀਡਰ ਪੈਦਾ ਕਰਨੇ ਹਨ। ਹੋਰ ਬੜੇ ਕਬੀਰ ਜੀ ਆਏ, ਹੋਰ ਬੜੇ ਧਾਰਮਿਕ ਉੱਚੀ ਅਵਸਥਾ ਵਾਲੇ ਇਨਸਾਨ ਆਏ, ਪਰ ਉਹਨਾਂ ਨੇ ਕੌਮ ਦੀ ਉਸਾਰੀ ਨਹੀਂ ਕੀਤੀ। ਉਹ ਆਏ, ਸਿੱਖਿਆ ਦੇ ਕੇ ਚਲੇ ਗਏ। ਗੁਰੂ ਸਾਹਿਬ ਜਿਹੋ ਜਿਹੇ ਆਪ ਸੀ ਉਹੋ ਜਿਹਾ ਖਾਲਸਾ ਪੰਥ ਸਾਜਣ ਦਾ ਫੈਸਲਾ ਕੀਤਾ ਤਾਂ ਕਿ ਜ਼ੁਲਮ ਦਾ ਖਾਤਮਾ ਇੱਥੇ ਮੈਂ ਹੀ ਨਾ ਕਰਕੇ ਜਾਵਾਂ, ਇੱਕ ਐਸੀ ਕੌਮ ਬਣਾ ਕੇ ਜਾਵਾਂ ਜਿਹੜੀ ਜ਼ੁਲਮ ਦਾ ਖਾਤਮਾ ਕਰ ਸਕੇ। ਸੋ ਉਹਨਾਂ ਨੇ ਅਕਾਲ ਤਖਤ ਬਣਾਇਆ। ਉਹਦੇ ਲਈ ਇੰਡੀਪੈਂਡੈਂਟ ਹੋਣਾ ਬਹੁਤ ਜ਼ਰੂਰੀ ਸੀ। ਹਰ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋਣਾ ਜ਼ਰੂਰੀ ਹੈ, ਤੁਹਾਡਾ ਆਪਣਾ ਧਰਮ ਸਥਾਨ ਜ਼ਰੂਰੀ ਹੈ, ਤੁਹਾਡਾ ਆਪਣਾ ਧਰਮ ਗ੍ਰੰਥ ਜ਼ਰੂਰੀ ਹੈ, ਫਿਰ ਤੁਹਾਡਾ ਆਪਣਾ ਜੁਡੀਸ਼ੀਅਲ ਸਿਸਟਮ ਜ਼ਰੂਰੀ ਹੈ। ਜੁਡੀਸ਼ੀਅਲ ਸਿਸਟਮ ਹੀ ਗੁਰੂ ਸਾਹਿਬ ਬਣਾ ਗਏ ਅਕਾਲ ਤਖਤ ਦੀ ਰਚਨਾ ਕਰਕੇ, ਅਕਾਲ ਤਖਤ ਦੀ ਉਸਾਰੀ ਕਰਕੇ। ਉੱਥੇ ਫੇਰ ਹੁਣ ਪਤਾ ਹੈ ਜੰਗ ਕਰਨ ਦਾ ਸਮਾਂ ਆ ਰਿਹਾ ਹੈ, ਢਾਡੀ ਆ ਗਏ ਨੇ, ਨੱਥਾ ਤੇ ਦੂਸਰੇ ਦਾ ਨਾਮ ਕੀ ਸੀ, ਨੱਥਾ ਤੇ ਮੈਨੂੰ ਇੱਕਦਮ ਖਿਆਲ ਨਹੀਂ ਆ ਰਿਹਾ। ਸੋ ਢਾਡੀ ਆ ਕੇ ਉੱਥੇ ਢਾਡੀ ਵਾਲਾ ਗਾਣ ਲੱਗ ਗਏ, ਜੋਸ਼ ਵਾਲੇ ਸੰਗਤਾਂ ਨੂੰ ਜੋਸ਼ ਦਿਵਾਉਣ ਦੇ ਲਈ ਕਿ ਤੁਸੀਂ ਉੱਠਣਾ ਹੈ, ਤੁਸੀਂ ਖੜੇ ਹੋਣਾ ਹੈ। ਵੀਰਾਂ ਦੀਆਂ ਗਾਥਾਵਾਂ ਸੁਣਾਉਣ ਲੱਗ ਗਏ, ਆਪਣੇ ਝਗੜੇ ਉੱਥੇ ਲੈ ਕੇ ਆਉਣ ਲੱਗ ਪਏ। ਸਾਨੂੰ ਪਤਾ ਹੈ ਕਿ ਸਭ ਕਮਿਊਨਿਟੀਜ਼ ਦੇ ਬੰਦੇ ਉੱਥੇ ਆਉਂਦੇ ਸਨ। ਜਿਹੜਾ ਵੀ ਮੁਸੀਬਤ ਵਿੱਚ ਪੈ ਜਾਂਦਾ ਸੀ ਉੱਥੇ ਆ ਕੇ ਤੇ ਆਪਣੀ ਫਰਿਆਦ ਕਰਦਾ ਸੀ। ਜੇ ਬਾਹਮਣਾਂ ਦੀਆਂ ਕੋਈ ਇਸਤਰੀਆਂ ਚੁੱਕ ਕੇ ਲੈ ਗਿਆ, ਉੱਥੇ ਆ ਕੇ ਫਰਿਆਦ ਕਰਦੇ ਸੀ ਤੇ ਖਾਲਸਾ ਤਿਆਰ ਹੋ ਜਾਂਦਾ ਸੀ ਉਹ ਇਸਤਰੀਆਂ ਨੂੰ ਵਾਪਸ ਲੈ ਕੇ ਆਉਣ ਲਈ। ਸੋ ਅਕਾਲ ਤਖਤ ਦੀ ਉਸਾਰੀ ਹੋਈ। ਫਿਰ ਸਮਾਂ ਆਇਆ ਗੁਰੂ ਰਾਏ ਸਾਹਿਬ ਜੀ ਦਾ। ਹੁਣ ਗੁਰੂ ਸਾਹਿਬ ਇੱਕ ਸੰਪੂਰਨ ਮਨੁੱਖ ਦੀ ਜਿਹੜੀ ਕੈਰੈਕਟਰ ਉਸਾਰੀ ਕਰ ਰਹੇ ਹਨ, ਸੰਪੂਰਨ ਮਨੁੱਖ ਦੀ ਰਚਨਾ ਕਰ ਰਹੇ ਹਨ। ਹੁਣ ਇਹ ਨਹੀਂ ਕਿ ਗੁਰੂ ਅਰਜਨ ਸਾਹਿਬ ਸ਼ਹੀਦ ਹੋ ਗਏ ਹਨ ਤੇ ਉਸ ਤੋਂ ਬਾਅਦ ਰਸਤਾ ਬਦਲ ਗਿਆ, ਰਸਤਾ ਬਦਲ ਗਿਆ ਤੇ ਅਸੀਂ ਜੀ ਲੜਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮੀਰੀ ਪੀਰੀ ਵਾਲਾ ਸਿਧਾਂਤ ਆ ਗਿਆ। ਮੀਰੀ ਪੀਰੀ ਵਾਲਾ ਸਿਧਾਂਤ ਉਦੋਂ ਤੱਕ ਠੀਕ ਹੈ, ਹਮੇਸ਼ਾ ਠੀਕ ਹੈ, ਮੇਰੇ ਪਰ ਲੜਾਈ ਵਾਲਾ ਸਿਧਾਂਤ ਉਦੋਂ ਤੱਕ ਠੀਕ ਹੈ ਜਦੋਂ ਤੱਕ ਜ਼ਾਲਮ ਕਾਬੂ ਨਾ ਆਏ। ਉਂਝ ਅਸੀਂ ਆਪਣੇ ਆਪ ਤੇ ਕੰਟਰੋਲ ਰੱਖਣਾ ਹੈ। ਗੁਰੂ ਹਰਿਰਾਏ ਸਾਹਿਬ ਜੀ ਦੀ ਜੀਵਨੀ ਦੇ ਵਿੱਚ ਇਹ ਗੱਲ ਬੜੀ ਇੰਪੋਰਟੈਂਟ ਹੈ ਕਿ ਕਿਵੇਂ ਫੌਜ ਹੁੰਦਿਆਂ ਵੀ 2200 ਘੋੜ ਸਵਾਰ ਹਰ ਵੇਲੇ ਤਿਆਰ ਰਹਿੰਦੇ ਸਨ। ਸਾਨੂੰ ਇਤਿਹਾਸ ਦੱਸਦਾ ਹੈ ਕਿ ਦਾਰਾ ਸ਼ਿਕੋਹ ਨੂੰ ਜਦੋਂ ਔਰੰਗਜ਼ੇਬ ਮਾਰਨ ਲਈ ਪਿੱਛੇ ਲੱਗਿਆ ਹੋਇਆ ਸੀ ਤਾਂ ਗੁਰੂ ਹਰਿਰਾਏ ਸਾਹਿਬ ਜੀ ਦੀ ਸਰਨੀ ਆਇਆ ਸੀ ਤੇ ਗੁਰੂ ਸਾਹਿਬ ਨੇ ਉਹ ਦਰਿਆ ਦੇ ਪੱਤਨ ਤੇ 2200 ਸਵਾਰ ਖੜੇ ਕਰਕੇ ਜੰਗ ਨਹੀਂ ਕੀਤਾ। ਜੰਗ ਅਵੋਇਡ ਕਰਨੀ ਹੈ, ਇਹ ਸਿੱਖਿਆ ਦੇਣੀ ਸੀ ਕਿ ਹਰ ਹਾਲਤ ਵਿੱਚ ਜੰਗ ਅਵੋਇਡ ਕਰਨੀ ਹੈ। ਜੰਗ ਕਦੋਂ ਕਰਨੀ ਹੈ? ਚੁਕਾਰ ਹਮਾ ਹੀਲ ਤੇ ਦਰ ਗੁਜ਼ਸ਼ਤ। ਗੁਰੂ ਗੋਬਿੰਦ ਸਿੰਘ ਜੀ ਦੱਸ ਗਏ ਨੇ ਜ਼ਫਰਨਾਮੇ ਵਿੱਚ, ਹਲਾਲਸਤ ਗੁਰਦਨ ਬਸ਼ਮਸ਼ੀਰ। ਜਦੋਂ ਸਾਰੇ ਹੋਰ ਤਰੀਕੇ ਖਤਮ ਹੋ ਜਾਣ ਤਾਂ ਜੰਗ ਕਰਨੀ ਹੈ। ਇਹ ਨਹੀਂ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਜੰਗ ਸ਼ੁਰੂ ਕਰ ਲਈ ਤੇ ਹੁਣ ਸਾਡਾ ਰਸਤਾ ਬਦਲ ਗਿਆ। ਅਸੀਂ ਆਪਣਾ ਰਸਤਾ ਠੀਕ ਥਾਂ ਤੇ ਰੱਖਣਾ ਹੈ। ਜੰਗ ਉਦੋਂ ਹੀ ਕਰਨੀ ਹੈ ਜਦੋਂ ਹੋਰ ਸਾਰੇ ਤਰੀਕੇ ਨਾ ਕਾਮਯਾਬ ਹੋ ਜਾਣ। ਸੋ ਗੁਰੂ ਹਰਿਰਾਏ ਸਾਹਿਬ ਜੀ ਇਹ ਸਾਨੂੰ ਪ੍ਰੈਕਟੀਕਲ ਲੈਸਨ ਦੇ ਗਏ ਕਿ ਘੋੜ ਸਵਾਰ ਹੁੰਦਿਆਂ ਵੀ, ਆਪਣੇ ਕੋਲ ਫੌਜ ਹੁੰਦਿਆਂ ਵੀ, ਸਰੀਰਕ ਸ਼ਕਤੀ ਹੁੰਦਿਆਂ ਵੀ ਅਸੀਂ ਜੰਗ ਅਵੋਇਡ ਕਰਨੀ ਹੈ। ਜੰਗ ਕੇਵਲ ਉਸ ਹਾਲਾਤ ਵਿੱਚ ਕਰਨੀ ਹੈ ਜਿਨ੍ਹਾਂ ਹਾਲਾਤ ਦੇ ਵਿੱਚ ਹੋਰ ਕੋਈ ਤਰੀਕਾ ਕਾਰਗਰ ਸਾਬਤ ਨਾ ਹੋਏ। ਹੋਰ ਗੁਰੂ ਹਰਿਰਾਏ ਸਾਹਿਬ ਜੀ ਨੇ ਕੀ ਕੀਤਾ ਕਿ ਰੱਖਾਂ ਬਣਾਈਆਂ, ਨੇਚਰ ਦੀ ਪ੍ਰੋਟੈਕਸ਼ਨ ਕੀਤੀ। ਕਿ ਉਸ ਵੇਲੇ ਕਮਾਲ ਦੀ ਗੱਲ ਹੈ ਕਿ ਹਿੰਦੁਸਤਾਨ ਦਾ ਬਾਦਸ਼ਾਹ ਦਾ ਪੁੱਤਰ ਬਿਮਾਰ ਹੋਏ ਤੇ ਉਹ ਦਵਾਈ ਉਹਨੂੰ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਬਾਰ ਵਿੱਚੋਂ ਮਿਲੇ। ਸਭ ਤੋਂ ਵੱਡੀ ਗੱਲ ਹੈ ਕਿ ਹਿੰਦੁਸਤਾਨ ਦਾ ਬਾਦਸ਼ਾਹ, ਅੱਜ ਅਸੀਂ ਜਾਂਦੇ ਹਾਂ ਇਲਾਜ ਲਈ ਜੀ ਅਮਰੀਕਾ ਜਾਂਦੇ ਹਾਂ। ਅਸੀਂ ਜੇ ਚੰਡੀਗੜ੍ਹ ਬੈਠੇ ਹਾਂ ਤੇ ਚਲੋ ਅੱਛੀ ਥਾਂ ਤੇ ਬੈਠੇ ਹਾਂ। ਜਿਹੜਾ ਪਿੰਡ ਵਿੱਚ ਬੈਠਾ ਉਹ ਚੰਡੀਗੜ੍ਹ ਆ ਜਾਏਗਾ, ਜਿਹੜਾ ਚੰਡੀਗੜ੍ਹ ਬੈਠਾ ਉਹ ਦਿੱਲੀ ਚਲਾ ਜਾਏਗਾ, ਬੰਬੇ ਚਲਾ ਜਾਏਗਾ। ਤੇ ਕਿੱਥੇ ਦਿੱਲੀ ਇਸ ਵੇਲੇ ਕੀਰਤਪੁਰ ਸਾਹਿਬ ਆ ਰਹੀ ਹੈ ਆਪਣਾ ਇਲਾਜ ਕਰਵਾਉਣ ਦੇ ਲਈ। ਕਿੰਨਾ ਉਹਨਾਂ ਨੇ ਮੇਨਟੇਨ ਕੀਤਾ ਹੋਵੇਗਾ ਉਸ ਸ਼ਫਾਖਾਨੇ ਨੂੰ। ਸੋ ਕੋਈ ਪੱਖ ਨਹੀਂ ਹੈ ਜਿਹੜਾ ਗੁਰੂ ਸਾਹਿਬ ਨੇ ਇਸ ਸੰਸਾਰਿਕ ਜੀਵਨ ਜਿਉਂਦਿਆਂ ਸਾਨੂੰ ਜਿਸ ਪੱਖ ਦੀ ਲੋੜ ਹੋਵੇ ਉਸ ਪੱਖ ਨੂੰ ਇਗਨੋਰ ਕੀਤਾ ਹੋਵੇ। ਫਿਰ ਸਮਾਂ ਆ ਗਿਆ ਗੁਰੂ ਹਰਕ੍ਰਿਸ਼ਨ ਸਾਹਿਬ ਦਾ। ਹੁਣ ਗੁਰੂ ਸਾਹਿਬ ਇੱਕ ਇੰਡੀਪੈਂਡੈਂਟ ਕੌਮ ਬਣਾ ਰਹੇ ਨੇ।
ਖਾਲਸੇ ਨੂੰ ਸੈਲਫ ਸਫੀਸ਼ੀਐਂਟ ਕਰ ਰਹੇ ਨੇ। ਖਾਲਸਾ ਇਹ ਨਾ ਸਮਝੇ ਵੀ ਹੁਣ ਗੁਰੂ ਨਾਨਕ ਸਾਹਿਬ ਇਸ ਸੰਸਾਰ ਵਿੱਚੋਂ ਸਰੀਰਕ ਤੌਰ ਤੇ ਚਲੇ ਗਏ ਤੇ ਹੁਣ ਮੈਂ ਕੁਝ ਨਹੀਂ ਕਰ ਸਕਦਾ। ਉਹਨਾਂ ਨੇ ਕੌਨਫੀਡੈਂਸ ਦਿਵਾਉਣਾ ਹੈ ਸਿੱਖ ਕੌਮ ਨੂੰ ਕਿ ਯੂ ਕੈਨ ਲਿਵ ਬਾਈ ਯੋਰ ਓਨ। ਹਰ ਤਰੀਕੇ ਨਾਲ ਤੁਸੀਂ ਇੰਡੀਪੈਂਡੈਂਟ ਹੋ। ਹੁਣ ਇੰਡੀਪੈਂਡੈਂਟ ਹੋਣ ਲਈ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਡੇ ਵਿੱਚ ਸਿਆਣਪ ਹੋਵੇ। ਯੂ ਸ਼ੁੱਡ ਬੀ ਏਬਲ ਟੂ ਡਿਸਕ੍ਰਿਮੀਨੇਟ ਬਿਟਵੀਨ ਦ ਗੁੱਡ ਐਂਡ ਦ ਬੈਡ। ਵਿਵੇਕ ਬੁੱਧ ਬਹੁਤ ਜ਼ਰੂਰੀ ਹੈ। ਵਿਵੇਕ ਬੁੱਧ ਸਤਿਗੁਰ ਨੇ ਸਾਨੂੰ ਦਿੱਤੀ ਹੈ। ਸਮਝਣਾ ਕਿੱਥੇ ਜੰਗ ਕਰਨ ਦੀ ਲੋੜ ਹੈ, ਕਿੱਥੇ ਪਿਆਰ ਨਾਲ ਸਮਝਾਉਣ ਦੀ ਲੋੜ ਹੈ, ਤੇ ਕਿੱਥੇ ਅਸੀਂ ਕਿਸ ਹੱਦ ਤੱਕ ਅਸੀਂ ਜਾਣਾ ਹੈ। ਕਿਉਂਕਿ ਗੁਰਬਾਣੀ ਵੀ ਕਹਿ ਗਈ ਹੈ ਮੂਰਖ ਗੰਢ ਪਵੇ ਮੂੰਹ ਮਾਰ। ਮੂਰਖ ਨੂੰ ਸਮਝ ਤਾਂ ਆਉਂਦੀ ਜਦੋਂ ਮੂੰਹ ਤੇ ਥੱਪੜ ਪਏ। ਆਹੋ ਸਮਝਾਇਆ ਨਹੀਂ ਸਮਝਦਾ। ਸੋ ਗੁਰੂ ਸਾਹਿਬ ਨੇ ਸਾਨੂੰ ਇਹ ਵੀ ਦੱਸਿਆ ਹੈ ਕਿ ਕਿਵੇਂ ਮੂਰਖ ਨੂੰ ਸੈੱਟ ਕਰਨਾ ਹੈ, ਕਿਵੇਂ ਜ਼ਾਲਮ ਨੂੰ ਸੈੱਟ ਕਰਨਾ ਹੈ। ਇਹ ਸਾਨੂੰ ਸਾਰਾ ਕੁਝ ਗੁਰੂ ਸਾਹਿਬ ਸਮਝਾ ਗਏ ਹਨ। ਸੋ ਪਰ ਕਿਵੇਂ ਪਤਾ ਲੱਗੇ, ਉਹਦੇ ਲਈ ਵਿਵੇਕ ਬੁੱਧ ਚਾਹੀਦੀ ਹੈ। ਹੁਣ ਉਹ ਵਿਵੇਕ ਬੁੱਧ ਪੈਦਾ ਕਰਨ ਲਈ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਜਿਹੜੇ ਉਹਨਾਂ ਨੇ ਇੱਕ ਬਹੁਤ ਵੱਡਾ ਕੰਮ ਕੀਤਾ। ਜਿਸ ਵੇਲੇ ਜੋਤੀ ਜੋਤ ਸਮਾਨ ਲੱਗੇ ਤਾਂ ਬਾਬਾ ਬਕਾਲਾ ਕਹਿ ਕੇ ਗਏ। ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਵੀ ਲੈ ਸਕਦੇ ਸਨ। ਬਹੁਤ ਛੋਟੇ ਸਨ ਗੁਰੂ ਹਰਕ੍ਰਿਸ਼ਨ ਜੀ। ਜਦੋਂ ਜੋਤੀ ਜੋਤ ਸਮਾ ਗਏ, ਦਿੱਲੀ ਸਨ। ਇੱਕ ਹੋਰ ਇੱਕ ਵਹਿਮ ਜੋ ਸਾਨੂੰ ਕੱਢਣ ਦੀ ਲੋੜ ਹੈ ਕਿ ਅਸੀਂ ਆਮ ਤੌਰ ਤੇ, ਇਹ ਵਹਿਮ ਤੇ ਨਹੀਂ ਹੈ, ਠੀਕ ਵੀ ਹੈ, ਬਟ ਵੀ ਸ਼ੁੱਡ ਕੀਪ ਦਾ ਬੈਲੈਂਸ। ਬੈਲੈਂਸ ਕਿਵੇਂ ਹੈ ਕਿ ਆਮ ਤੌਰ ਤੇ ਕਹਿੰਦੇ ਗੁਰੂ ਤੇਗ ਬਹਾਦਰ ਜੀ ਭੋਰੇ ਵਿੱਚ ਬੈਠ ਕੇ ਤਪੱਸਿਆ ਕਰਦੇ ਹੁੰਦੇ ਸੀ। ਵੈਸੇ ਮੈਂ ਸਮਝਦੀ ਹਾਂ ਭੋਰਾ ਅੱਜ ਵੀ ਅਸੀਂ ਬੇਸਮੈਂਟ ਬਣਾ ਲੈਂਦੇ ਹਾਂ। ਘਰਾਂ ਵਿੱਚ ਬੇਸਮੈਂਟਸ ਬਣਾਈਆਂ ਹੋਈਆਂ ਜਦੋਂ ਅਸੀਂ ਇਕਾਂਤ ਵਿੱਚ ਜਾ ਕੇ ਸ਼ਾਂਤੀ ਚ ਕੰਮ ਕਰਨਾ ਹੋਵੇ ਸੀ। ਬੜੇ ਲੋਕਾਂ ਨੇ ਆਪਣੇ ਸਟੱਡੀ ਰੂਮ ਹੀ ਬੇਸਮੈਂਟ ਵਿੱਚ ਬਣਾਏ ਹਨ। ਸੋ ਇੱਕ ਬੇਸਮੈਂਟ ਉਦੋਂ ਵੀ ਬਣਦੀ ਹੋਵੇਗੀ, ਚਲੇ ਜਾਂਦੇ ਹੋਣਗੇ। ਕੋਈ ਐਸੀ ਵੱਡੀ ਗੱਲ ਨਹੀਂ ਕਿ ਕਿਉਂ ਭੋਰੇ ਵਿੱਚ ਬੈਠੇ। ਸਾਨੂੰ ਐਲਰਜਿਕ ਨਹੀਂ ਹੋਣਾ ਚਾਹੀਦਾ ਇਹਨਾਂ ਗੱਲਾਂ ਤੋਂ। ਪਰ ਗੁਰੂ ਸਾਹਿਬ ਨੇ ਪ੍ਰਚਾਰ ਦੌਰੇ ਵੀ ਕੀਤੇ, ਗੁਰੂ ਬਣਨ ਤੋਂ ਪਹਿਲੇ ਵੀ। ਇਹ ਇਤਿਹਾਸ ਦੱਸਦਾ ਹੈ ਕਿ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਗੱਦੀ ਤੇ ਬਿਠਾਇਆ ਗਿਆ, ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਪ੍ਰਚਾਰ ਦੌਰਿਆਂ ਦੇ ਸਨ, ਈਸਟ ਦੇ ਪ੍ਰਚਾਰ ਦੌਰਿਆਂ ਤੇ ਸਨ। ਤੇ ਵਾਪਸੀ ਤੇ ਉਹ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਕੁਝ ਦਿਨ ਦਿੱਲੀ ਠਹਿਰ ਕੇ ਮਿਲੇ। ਸੋ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇਹ ਸਮਝ ਲਿਆ ਸੀ ਕਿ ਇਹ ਹੀ ਹਨ ਜਿਹੜੇ ਫਿਊਚਰ ਗੁਰੂ ਬਣ ਸਕਦੇ ਹਨ। ਉਹ ਨਾਮ ਵੀ ਲੈ ਸਕਦੇ ਸਨ ਗੁਰੂ ਤੇਗ ਬਹਾਦਰ ਜੀ ਦਾ। ਉਹਨਾਂ ਨੇ ਬਾਬਾ ਬਕਾਲਾ ਕਿਹਾ ਕਿਉਂਕਿ ਸਾਡੇ ਵਿੱਚ ਵਿਵੇਕ ਬੁੱਧ ਪੈਦਾ ਕਰਨੀ ਸੀ। ਸਮਝੋ ਕਿ ਗੁਰੂ ਦੀ ਚੋਣ ਕਿਵੇਂ ਕਰਨੀ ਹੈ, ਸੱਚੇ ਗੁਰੂ ਨੂੰ ਕਿਵੇਂ ਪਹਿਚਾਨਣਾ ਹੈ। ਜੇ ਵਿਵੇਕ ਬੁੱਧ ਨਹੀਂ ਹੋਵੇਗੇ ਤੇ ਅਸੀਂ ਜ਼ਿੰਦਗੀ ਠੀਕ ਨਹੀਂ ਕੱਢ ਸਕਦੇ। ਸੋ ਸਾਨੂੰ ਪਤਾ ਹੈ ਅੱਗੋਂ ਇਤਿਹਾਸ 22 ਮੰਜੀਆਂ ਲੱਗ ਗਈਆਂ। ਕਿਵੇਂ ਸੱਚੇ ਗੁਰੂ ਦੀ ਪਹਿਚਾਣ ਹੋਈ ਤੇ ਕਿਵੇਂ ਸੱਚਾ ਗੁਰੂ ਡਿਕਲੇਅਰ ਕੀਤਾ ਗਿਆ। ਫਿਰ ਕਿਵੇਂ ਸੱਚੇ ਗੁਰੂ ਅੰਮ੍ਰਿਤਸਰ ਗਏ ਤੇ ਉਹਨਾਂ ਨੂੰ ਉੱਥੇ ਅੰਦਰ ਵੜਨ ਨਹੀਂ ਦਿੱਤਾ ਗਿਆ। ਉਹ ਚੁੱਪ ਕਰਕੇ ਬਾਹਰ ਆ ਗਏ, ਖੜੇ ਤੇ ਬੈਠ ਕੇ ਆ ਗਏ। ਫਿਰ ਕਿਵੇਂ ਸੱਚੇ ਗੁਰੂ ਤੇ ਗੋਲੀ ਚੱਲੀ, ਧੀਰਮਲ ਤੇ ਉਹਦੇ ਵਸੰਦਾਂ ਦੇ ਵੱਲੋਂ ਦੀ ਗੋਲੀ ਚਲਾਈ ਗਈ। ਪਰ ਗੁਰੂ ਸਾਹਿਬ ਨੇ ਕਿਤੇ ਵੀ ਉਹਦੇ ਕੋਲੋਂ ਬਦਲਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਸਾਰਾ ਕੁਝ ਉਹਦੇ ਹਵਾਲੇ ਕਰ ਦਿੱਤਾ। ਸੋ ਮਚ ਸੋ ਗੁਰੂ ਗ੍ਰੰਥ ਸਾਹਿਬ ਦੀ ਜਿਹੜਾ ਸਥਾਪਨਾ ਹੋਈ ਸੀ, ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਵੀ ਗੁਰੂ ਸਾਹਿਬ ਹੁੰਦੇ ਸੀ ਉੱਥੇ ਗੁਰੂ ਗ੍ਰੰਥ ਸਾਹਿਬ ਸੀ। ਪਰ ਵੈਸੇ ਇਹਦੇ ਬਾਰੇ ਵੀ ਸੋਚਣ ਦੀ ਲੋੜ ਹੈ, ਹੋਰ ਰਿਸਰਚ ਦੀ ਲੋੜ ਹੈ। ਅਸੀਂ ਤੇ ਸਮਝਦੇ ਹਾਂ ਕਿ ਹਰਿਮੰਦਰ ਸਾਹਿਬ ਵਿਖੇ ਉਸ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਗਿਆ, ਪਰ ਹਰਿਮੰਦਰ ਸਾਹਿਬ ਬੜੀ ਵਾਰੀ ਉਜੜਿਆ, ਬੜੀ ਵਾਰੀ ਸਾਰਾ ਕੁਝ ਹੋਇਆ। ਸ਼ਾਇਦ ਇਸੇ ਲਈ ਕਰਤਾਰਪੁਰ ਸਾਹਿਬ ਵਿਖੇ ਜਿਹੜੀ ਕਰਤਾਰਪੁਰੀ ਵੀਰ ਜਿਸ ਨੂੰ ਕਹਿੰਦੇ ਹਨ, ਉਹ ਵੀ ਕਹਿੰਦੇ ਹਨ ਇਤਿਹਾਸ ਦੱਸਦਾ ਧੀਰਮਲ ਨੂੰ ਸੌਂਪ ਦਿੱਤੀ। ਸ਼ਾਇਦ ਇਸ ਲਈ ਕਿ ਉਹ ਵੀਰ ਸੇਫ ਰੱਖਣੀ ਹੋਏਗੀ। ਹਰਿਮੰਦਰ ਸਾਹਿਬ ਤੇ ਬੜੇ ਅਟੈਕ ਹੋਏ ਹਨ। ਸੋ ਗੁਰੂ ਸਾਹਿਬ ਨੇ ਉਹਦੇ ਤੋਂ ਬਦਲਾ ਲੈਣ ਦੀ ਨਹੀਂ ਸੋਚੀ, ਕਿਉਂਕਿ ਜੇ ਇੱਕ ਅੱਛਾ ਇਨਸਾਨ, ਵਧੀਆ ਇਨਸਾਨ ਛੋਟੇ ਛੋਟੇ ਝਗੜਿਆਂ ਵਿੱਚ ਪੈ ਜਾਏਗਾ ਤਾਂ ਵੱਡਾ ਮਿਸ਼ਨ ਉਹਦਾ ਪਿੱਛੇ ਰਹਿ ਜਾਏਗਾ। ਛੋਟੇ ਛੋਟੇ ਝਗੜਿਆਂ ਨੂੰ ਇਗਨੋਰ ਕਰਕੇ ਹੀ ਜੇ ਅਸੀਂ ਕਿਤੇ ਜਾ ਰਹੇ ਹਾਂ। ਸਾਡੇ ਇੱਕ ਟੀਚਰ ਸੀ, ਉਹ ਸਾਨੂੰ ਦੱਸਦੇ ਹੁੰਦੇ ਸੀ, ਕਹਿੰਦੇ ਕਿ ਮੈਂ ਘਰੋਂ ਤੁਰਦਾ ਵਾਂ, ਜਾਣਾ ਹੈ, ਮੈਂ ਆਫਿਸ ਜਾਣਾ ਹੈ, ਤੇ ਪਹਿਲੇ ਮੈਂ ਸਵੇਰੇ ਉੱਠਦਾ ਵਾਂ, ਲਾਈਟ ਨਹੀਂ ਹੈ ਕਿਉਂਕਿ ਨਜ਼ਦੀਕ ਹੀ ਕਿਸੇ ਮਿਨਿਸਟਰ ਦਾ ਘਰ ਹੈ, ਉਹਦੇ ਘਰ ਕੋਈ ਫੰਕਸ਼ਨ ਹੈ, ਉਧਰ ਡਾਇਵਰਟ ਕਰ ਦਿੱਤੀ ਗਈ, ਇੱਧਰ ਬੰਦ ਕਰ ਦਿੱਤੀ। ਜਿੰਨੀ ਸਪਲਾਈ ਹੈ ਪਾਣੀ ਦਾ ਵੀ ਇਹ ਹਿਸਾਬ ਕੀਤਾ ਗਿਆ। ਕਹਿੰਦੇ ਫਿਰ ਮੈਂ ਬੜੀ ਸ਼ਾਰਟਲੀ ਦੱਸ ਰਹੀ ਹਾਂ ਜੋ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ। ਕਹਿੰਦੇ ਫਿਰ ਮੈਂ ਬੱਸ ਤੇ ਬੈਠਿਆ ਜਾਣ ਲਈ ਆਪਣੇ ਕਾਲਜ, ਤੇ ਬੱਸ ਵਾਲਾ ਕੰਡਕਟਰ ਹੈ ਜਿਹੜਾ ਟਿਕਟ ਨਹੀਂ ਦਿੰਦਾ, ਪੈਸੇ ਲੈ ਲੈਂਦਾ, ਟਿਕਟ ਨਹੀਂ ਦਿੰਦਾ। ਕਹਿੰਦਾ ਕਰਪਸ਼ਨ ਹਰ ਥਾਂ ਤੇ ਹੈ, ਪਾਣੀ ਦੀ ਸਪਲਾਈ ਵਿੱਚ ਵੀ ਹੈ, ਬਿਜਲੀ ਦੀ ਸਪਲਾਈ ਵਿੱਚ ਹੀ ਹੈ, ਕੰਡਕਟਰ ਵੀ ਕਰ ਰਿਹਾ ਹੈ, ਬੇਈਮਾਨੀ ਕਰ ਰਿਹਾ। ਪਰ ਮੈਨੂੰ ਇਹ ਸਮਝਣਾ ਹੋਏਗਾ ਕਿ ਮੈਂ ਕਿਸ ਥਾਂ ਤੇ ਲੜਨਾ ਹੈ। ਜੇ ਮੈਂ ਹਰ ਥਾਂ ਤੇ ਲੜਨ ਲੱਗਾ ਮੈਂ ਕਿਤੇ ਨਹੀਂ ਪਹੁੰਚ ਸਕਾਂਗਾ। ਮੈਨੂੰ ਪਤਾ ਹੈ ਕਿ ਮੈਨੂੰ ਪਤਾ ਹੋਣਾ ਚਾਹੀਦਾ ਮੇਰਾ ਫੋਕਸ ਕੀ ਹੈ, ਮੈਂ ਕਿਸ ਥਾਂ ਤੇ ਮੇਰਾ ਫੋਕਸ ਹੈ, ਮੈਨੂੰ ਆਪਣਾ ਫੋਕਸ ਉੱਥੋਂ ਨਹੀਂ ਹਟਾਉਣਾ।
ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੀ ਫੋਕਸ ਸੀ ਕਿ ਕੀ ਉਹਨਾਂ ਨੇ ਕਰਨਾ। ਉਹਨਾਂ ਨੇ ਧੀਰ ਨਾਲ ਲੜਾਈ ਨਹੀਂ ਕੀਤੀ, ਇਸ ਤਰ੍ਹਾਂ ਹੀ ਗੁਰੂ ਅਰਜਨ ਸਾਹਿਬ ਨੇ ਪ੍ਰਿਥੀ ਚੰਦ ਨਾਲ ਲੜਾਈ ਨਹੀਂ ਕੀਤੀ। ਉਹਨੂੰ ਵੀ ਦੇ ਦਿੱਤਾ ਸਾਰਾ ਮਾਲ ਮਤਾ, ਉਹ ਲੈ ਗਿਆ। ਤੇ ਗੁਰੂ ਅਰਜਨ ਸਾਹਿਬ ਨੇ, ਕਿਉਂਕਿ ਛੋਟੇ ਛੋਟੇ ਝਗੜਿਆਂ ਵਿੱਚ ਪੈਣ ਨਾਲ ਇੱਕ ਵੱਡਾ ਮਿਸ਼ਨ ਪਾਸੇ ਹੋ ਜਾਂਦਾ ਹੈ। ਸੋ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਸਾਨੂੰ ਵਿਵੇਕ ਬੁੱਧ ਦਿੱਤੀ, ਸੱਚੇ ਗੁਰੂ ਦੀ ਪਹਿਚਾਣ ਦਿੱਤੀ, ਦੱਸਿਆ ਕਿ ਕਾਚੇ ਗੁਰੂ ਤੇ ਮੁਕਤ ਨਾ ਹੋਆ, ਸੱਚੇ ਗੁਰੂ ਦੇ ਲੜ ਲੱਗਣਾ ਹੈ। ਉਸ ਤੋਂ ਬਾਅਦ ਹੋਰ ਬਾਕੀ ਜੋ ਕੰਮ ਕੀਤੇ ਉਹ ਤੇ ਉਹਨਾਂ ਨੇ ਆਪਣੇ ਸਮੇਂ ਕੀਤੇ ਹੀ ਸਨ। ਕੁੜੀ ਮਾਰ ਦੀ ਮਨਾਹੀ ਕੀਤੀ, ਜਿਹੜੇ ਗੁਰੂ ਨਾਨਕ ਸਾਹਿਬ ਸੁਨੇਹਾ ਦੇ ਗਏ ਸੀ ਕਿ ਸੋ ਕਿਉਂ ਮੰਦਾ ਆਖੀਐ, ਉਹਨਾਂ ਨੇ ਪ੍ਰੈਕਟੀਕਲ ਕਰ ਦਿੱਤਾ, ਹੁਕਮ ਕਰ ਦਿੱਤਾ ਕਿ ਕੁੜੀ ਮਾਰਨਾ ਨਹੀਂ ਵਰਤਣਾ, ਤੰਬਾਕੂ ਨਹੀਂ ਲੈਣਾ, ਇਹ ਪਤੇ ਤੋਂ ਹੋ ਜਾਏਗਾ। ਇਹ ਬਾਅਦ ਵਿੱਚ ਅਸੀਂ ਇਹ ਰਹਿਤ ਮਰਿਆਦਾ ਵਿੱਚ ਲਿਖਿਆ। ਫਿਰ ਸਮਾਂ ਆ ਗਿਆ ਗੁਰੂ ਤੇਗ ਬਹਾਦਰ ਜੀ ਦਾ, ਉਹ ਹਿਸਟਰੀ ਸਾਨੂੰ ਸਾਰੇ ਬਹੁਤਿਆਂ ਨੂੰ ਪਤਾ ਹੈ ਕਿ ਕਿਵੇਂ ਉਹਨਾਂ ਨੇ ਧਰਮ ਦੀ ਖਾਤਰ ਆਪਣਾ ਆਪ ਵਾਰਿਆ। ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਪ੍ਰਗਟ ਪਏ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਸਾਰੀ ਸ੍ਰਿਸ਼ਟੀ ਤੇ ਉਹਨਾਂ ਨੇ ਚਾਦਰ ਪਾ ਦਿੱਤੀ, ਸਾਰੀ ਸ੍ਰਿਸ਼ਟੀ ਦੀ ਰੱਖਿਆ ਕੀਤੀ, ਹਰ ਧਰਮ ਦੀ ਰੱਖਿਆ ਕੀਤੀ, ਜਿਸ ਧਰਮ ਵਿੱਚ ਨਹੀਂ ਵਿਸ਼ਵਾਸ ਉਸ ਧਰਮ ਦੀ ਵੀ ਰੱਖਿਆ ਕੀਤੀ। ਇਹ ਸਾਰਾ ਕੁਝ ਸਾਨੂੰ ਪਤਾ ਹੈ। ਫਿਰ ਸਮਾਂ ਆ ਗਿਆ ਗੁਰੂ ਗੋਬਿੰਦ ਸਿੰਘ ਜੀ ਦਾ। ਹੁਣ ਗੁਰੂ ਗੋਬਿੰਦ ਸਿੰਘ ਜੀ ਦੀ ਪਾਲਣਾ ਪੋਸ਼ਣਾ ਜਿਸ ਤਰੀਕੇ ਨਾਲ ਹੋਈ ਹੈ, ਸਾਰੀਆਂ ਭਾਸ਼ਾਵਾਂ ਦਾ ਉਹਨਾਂ ਨੂੰ ਗਿਆਨ ਹੈ ਉਸ ਸਮੇਂ ਦੀਆਂ, ਸ਼ਸਤਰ ਵਿਦਿਆ ਵਿੱਚ ਨਿਪੁੰਨ ਨੇ, ਘੋੜ ਸਵਾਰੀ ਵਿੱਚ ਨਿਪੁੰਨ ਨੇ, 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਕੁਰਬਾਨ ਕਰ ਦਿੰਦੇ ਨੇ। ਬੜੇ ਜੋਸ਼ ਨਾਲ ਕਹਿੰਦੇ, ਪੁੱਤਰ ਵੱਲੋਂ ਆਫਰ ਆਉਂਦੀ ਹੈ ਕਿ ਤੁਹਾਡੇ ਤੋਂ ਵੱਡਾ ਕੌਣ ਹੋਏਗਾ, ਤੁਸੀਂ ਆਪਣੀ ਕੁਰਬਾਨੀ ਦਿਓ, ਮੇਰੀ ਚਿੰਤਾ ਨਹੀਂ ਕਰੋ। ਕਹਿੰਦੇ ਬੇਟਾ ਤੂੰ ਬਹੁਤ ਛੋਟਾ ਹੈ। ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ, ਬੜੀ ਅੱਛੀ ਕਵਿਤਾ ਸੀ, ਛੋਟੇ ਹੁੰਦੇ ਬੋਲਦੇ ਹੁੰਦੇ ਸੀ, ਮੈਨੂੰ ਪੂਰੀ ਤਾਂ ਯਾਦ ਨਹੀਂ ਪਰ 2-4 ਤੁਕਾਂ ਯਾਦ ਨੇ। ਉਹਦੇ ਚ ਕਹਿੰਦਾ ਕਿ ਮੇਰੀ ਚਿੰਤਾ ਨਹੀਂ ਕਰੋ। पहले तो कहते अफजल नहीं है दुनिया में तेरे सिवा कोई, बलिदान दीजिए नहीं अभिमान सिवा कोई, थोड़े बिना होर कोई नहीं हैगा, बलिदान दियो जाके। कहते मेरी चिंता नहीं करो, इस बाहुबल से हिंद को आजाद करूंगा, बर्बाद जुल्म धर्म को आबाद करूंगा। 9 साल का बच्चा ये डिक्लेयर कर रहा कि मेरी चिंता नहीं करो, मेरिया बाहों में बड़ा जोर है, पिताजी मेरी चिंता नहीं करो, मेरे मसल्स बहुत ने, मेरे बाइसेप्स देखो कितने अच्छे बन गए ने, मेरी चिंता नहीं करो, मैं बर्बाद जुल्म धर्म को आबाद करूंगा। तो फिर छोटे साहबजादियां दी पालना किवें हुई, सारी दुनिया का इतिहास दसदा है कि 5 साल के बच्चे कुर्बान हो जाना इज वन थिंग, पर वजीर खान की कचहरी दे विच जाके उन्होंने फेस करना ते सारियां टैंपटेशंस नूं अपना टैंपटेशंस विच ना आना, ये 5 साल के बच्चे लई किन्नी को पॉसिबल गल है। अज असीं 5 साल के बच्चे नूं तां अपनी अखां तोड़ले नहीं करते, 5 साल की 10-10 12-12 साल 15-15 साल के हो जाते हैं। तो अजकल मावां उन्होंने सुत्तियां नूं उठांदियां, उठ बेटा पढ़ लिया, अलार्म बोल गया, तेरे इम्तिहान आ गए ने, उन्होंने कोई काम नहीं कहदियां भी अल्लाह रोटी तेरे अगे रख दिंदियां। ते 5 साल का बच्चा बादशाह दे दरबार दे विच जाके उन्होंने जवाब दिंदा है, किन्नी को उन्हां दी डिवेलपमेंट हुई होएगी। सो इस तरीके दे नाल गुरु साहब ने फिर गुरु गोबिंद सिंह जी ने फाइनल टच देने लई खालसा साजिया, कौम बनानी सी। मैं अगे गल दस चुकी हाँ कि असली लीडर वो नहीं जिहड़ा उंगल पर पकड़ के लीड करके अच्छी थां ते लै जांदा, असली लीडर वो है जिहड़ा अपने वर्गे होर कई बना देवे। गुरु साहब ने अपने वर्गे होर कई बना दिते। खालसा मेरो रूप है खास, सिर्फ ये नहीं क्या खालसा मेरा रूप है खास, क्या इन्हीं की कृपा के सजे हम हैं नहीं, मूसो गरीब करोड़ परे। अपने आप को नीवा कर लिया। मेरे वर्गे ते करोड़ों ने सानू कॉन्फिडेंस देने लगी सी कि तुसी उठो, मेरे वर्गे नहीं, मेरे ते नहीं डिपेंड करो, मेरे वर्गे ते करोड़ों पे ने। क्या कमाल दी गल गुरु साहब ने की है। सेव करी इन्हीं की भावत और की सेव सुहात न जी को। मैनू एक खालसे की सेवा ही चंगी लगती है, ਜਿਹੜੇ ਪਿਓਰ ਇਨਸਾਨ, ਜਿਹੜੇ ਰੱਬ ਦੇ ਨਾਲ ਜੁੜੇ ਹੋਏ ਹਨ, ਜਿਹੜੇ ਸਮਾਜ ਦੇ ਨਾਲ ਜੁੜੇ ਹੋਏ ਹਨ, ਜਿਹੜੇ ਜ਼ੁਲਮ ਤੋਂ ਦੂਰ ਕਰਨ ਵਾਲੇ ਹਨ, ਮੈਨੂੰ ਇਹਨਾਂ ਦੀ ਸੇਵਾ ਚੰਗੀ ਲੱਗਦੀ ਹੈ। सेव करी इन्हीं की भावत और की सेव सुहात न जी को, दान दियो इन्हीं को भलो और आन को दान न लागत नीको, आ गया फल इन्हीं को दो जस में जग और दियो सब फीको,
और लास्ट लाइन है जी ध्यान नाल सुनने वाली है, मोह ग्रह में तन ते मन ते सिर लो धन है सभी इनको। गुरु साहब ने अपने आप को खालसे तो वार दिता है, मेरा ग्रह, मेरा तन, मेरा धन, मेरा सिर सब इन्हां दा है, ये खालसे दा है। गुरु साहब दा ग्रह किहड़ा सी? आनंदपुर साहब गुरु साहब दा ग्रह सी, जिहड़ा उन्होंने उन्हां दे पिता जी ने जमीन खरीद के आप शहर वसाया सी। ते अज जदों असीं अमृत छकदे हां ते खालसे नूं की कहा जांदा है? पिता गुरु गोबिंद सिंह, माता साहिब कौर ते वासी आनंदपुर दी। सो जिहड़ा घर गुरु साहब ने पिता ने परिवार ਲਈ खरीदिया सी, ਉਹ घर इस ਵੇਲੇ खालसे दा है, वासी आनंदपुर दी। मोह ग्रह में तन ते उन्होंने दिता ही, पिता भी देता, तन सारा ही दे दिता, परिवार भी दे दिता, बच्चे भी दे दिते, माता भी दे दी। मोह ग्रह में तन ते मन ते मेरा सिर लो धन है, मेरा सारा कुछ ही इस खालसे दा है। फिर अजिहा खालसा, अजिहे गुरु तो खालसा क्यों नहीं अपनी जान वारेगा, जिसने अपना तन मन धन सारा दे दिता, खालसे दे हवाले कर दिता, उस ते खालसा ओदे कदम चिन्ह ते खालसा क्यों नहीं चलेगा। एक नजर पई अजिहे गुरु दी बंदा बहादुर ते उसने मुगल राज दी जड़ पुट दिती। सरहंद ते जित फतेह पा लई, सरहंद फतेह दिवस अज मनाते हाँ, ते इतिहास अज तक चल रहा है। अज तक ये इतिहास खालसा गुरु के कदम चिन्ह ते चल रहा है। बेशक बड़ियां गिरावट आ गई हैं, पर सानू अपने पॉजिटिव पॉइंट भी सोचने चाहिए हैं कि गिरावट हैं, किसी गिरावट नहीं, असी पूरे नहीं है। इसे करके गुरु साहब ने 5 सिंघां नूं गुरियाई दी सी, एक सिख नूं गुरियाई नहीं दी। कलैक्टिव लीडरशिप का कॉन्सैप्ट भी सानू गुरु साहब ने दिता। खालसा जिस वेले भी किसी मुसीबत च हुंदा सी, सरबत खालसा बुलांदा सी, ते उत्थे कलैक्टिव लीडरशिप, कलैक्टिव फैसला ले जाते सन, गुरमते ले जाते सन। सो एक कौम की उसारी गुरु साहब ने इंज की। अज भी असीं उन्हां कदम चिन्हां ते चल रहे हैं। अज सारे देश दे विच होर कोई नहीं उठिया, किसान उठे ने, पंजाब दे किसान उठे ने, सारे देश दे विच इस वेले किसानां दी लहर चल रही है। पर उस लहर दा मुੱਢ बन्नण वाला पंजाब दा किसान है, जिहड़ा मूर और लैस सिख है, हिंदू भी ने, पर गुरिया पंजाब वसदा गुरां दे नाम ते, पंजाब जीउंदा गुरां दे नाम ते। ये प्रोफैसर पूरन सिंह कह गए ने, जिहड़ा पंजाब गुरां दे नाम ते जीउंदा है, उत्थे लंगर लग रहे ने, सिख सिद्धांत दे मुताबिक उत्थे लड़ाई हो रही है। चाहे सारियां कौमां, जिवें गुरु साहब दे नाल सारियां कौमां मिल के सिद्धांत की लड़ाई लड़दियां सी, अज भी सारियां कौमां मिल के सिद्धांत की लड़ाई लड़ रही हैं। सो इस तरह गुरु साहब ने सानू कॉन्फिडेंस दिता, हौली हौली साडे दे विच कि तेरे तू अपने आप को पापा दा भागी ना समझ, तेरे अंदर ते जोत रखी हुई है। गुरु साहब इस शुरू तो ही सानू ये गल कर गए, अवल अल्लाह नूर पाया, जी सब में जोत जोत है सोए। ये जोत साडे सारियां विच है। इस जोत करके असीं कोई पापां दा फल भुगतण लई नहीं आए। साडे विच प्रभु दी जोत है, जो अकाल पुरख विच शक्ति है, वो शक्ति उन्हें साडे विच किरण रूप विच, अकाल पुरख जो सूरज है, असीं सूरज नहीं, किरण ते है ही है ना, किरणों का समूह ते है ही है ना। जो किरणों का समूह इकट्ठा हो जाएगा तो सूरज बन के संसार विच रोशनी फैल जाएगी। सो सानू इस कौम नूं गुरु साहब ने संसार विच रोशनी फैलाउण लई, संसार विच ज्ञान दा चानन देण लई, अज गुरु ग्रंथ साहब सारे संसार नूं ज्ञान दा चानन दे रहा है। अज सिख कौम सारे संसार की सेवा विच लगी। खालसा एड इज a symbol of that। होर भी बड़ियां संस्थावां ने, खालसा एड इज जस्ट वन ऑफ दो संस्थावां जी इंटरनेशनल लैवल चल रही। होर भी बड़ियां संस्थावां कर रही हैं, यूनाइटेड सिक्स, उन्हें नानक एड एक नवी संस्था बनी है, नानक एड। सो बड़ियां संस्थावां, जे कोविड फैलिया तो सिखा ने ऑक्सीजन के लंगर लगा दिते हैं। सो ये कौम जो है, इस गुरु साहब ने ऐसा संपूर्ण खालसा बनाया है, जिहड़ा जदों खालसा बन के रहेगा
ਜਦੋਂ ਗੁਰਮਤਿ ਸਿਧਾਂਤ ਤੇ ਚੱਲੇਗਾ, ਜਦੋਂ ਇਕੱਠਾ ਬਣ ਕੇ ਰਹੇਗਾ, ਇਕੱਠਾ ਹੋ ਕੇ ਰਹੇਗਾ, ਜਦੋਂ ਕਲੈਕਟਿਵ ਲੀਡਰਸ਼ਿਪ ਕਲੈਕਟਿਵ ਫੈਸਲੇ ਲੈਣੇ ਸ਼ੁਰੂ ਕਰੇਗਾ ਤੇ ਗੁਰਮਤਿ ਸਿਧਾਂਤ ਦੇ ਮੁਤਾਬਿਕ ਫੈਸਲੇ ਲੈਣੇ ਸ਼ੁਰੂ ਕਰੇਗਾ, ਤਾਂ ਗੁਰੂ ਕੀ ਜੋਤ ਹੱਲੇ ਵੀ ਖਾਲਸੇ ਵਿੱਚ ਹੈ। ਇਟ ਇਜ਼ ਅ ਮੂਵਮੈਂਟ, ਆਈ ਕਾਲ ਇਟ ਸਿੱਖ ਮੂਵਮੈਂਟ, ਜਿਹੜੀ ਵਿਚ ਇਜ਼ ਮੂਵਿੰਗ ਔਨ ਫੋਰਐਵਰ। ਇਹ ਨਹੀਂ ਸਿੱਖ ਮੂਵਮੈਂਟ ਖਤਮ ਹੋ ਗਈ, ਦਸਾਂ ਗੁਰੂਆਂ ਦੇ ਨਾਲ ਖਤਮ ਹੋਈ। ਵੀ ਆਰ ਸਟਿਲ ਮੂਵਿੰਗ ਔਨ ਬਿਕੋਜ਼ we are following the path of the guru, we are trying to following the path of guru। ਜਿੰਨੀ ਦੇਰ ਤੱਕ ਅਸੀਂ ਗੁਰੂ ਦੇ ਰਸਤੇ ਚੱਲਾਂਗੇ, ਜਿੱਤ ਹਮੇਸ਼ਾ ਖਾਲਸੇ ਦੀ ਹੋਏਗੀ। ਦੇਗ ਤੇਗ ਫਤਿਹ, ਪੰਥ ਕੀ ਜੀਤ ਦਾ ਨਾਰਾ ਵੀ ਸਾਨੂੰ ਗੁਰੂ ਸਾਹਿਬ ਦੇ ਗਏ ਹਨ। ਸਾਨੂੰ ਜਿਹੜਾ ਸੈਲੂਟੇਸ਼ਨ ਦਿੱਤਾ ਇੱਕ ਦੂਜੇ ਨੂੰ ਮਿਲਣ ਲੱਗਿਆ, ਕੋਈ ਗੁੱਡ ਮਾਰਨਿੰਗ ਕਹਿੰਦਾ, ਕੋਈ ਗੁੱਡ ਈਵਨਿੰਗ ਕਹਿੰਦਾ। ਗੁੱਡ ਮਾਰਨਿੰਗ ਤੇ ਥੋੜਾ 4 ਘੰਟੇ ਲਈ ਮਾਰਨਿੰਗ ਹੈਗੀ ਸਾਡੇ, ਉਹੀ ਗੁੱਡ ਹੋਏ। ਗੁਰੂ ਸਾਹਿਬ ਨੇ ਕਹਤਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਹਮੇਸ਼ਾ ਤੇ ਹਮੇਸ਼ਾ ਲਈ ਫਤਿਹ ਦੇ ਵਾਰਿਸ ਬਣਾ ਗਏ। ਕਹਿੰਦੇ ਹਨ ਕਿ ਤੁਸੀਂ ਜੋ ਬੋਲਦੇ ਹੋ ਨਾ ਉਹੀ ਬਣ ਜਾਂਦੇ ਹੋ। ਕਿ ਇਫ ਯੂ ਵਾਂਟ ਟੂ ਬੀ ਅ ਵਿਨਰ, ਬਿਹੇਵ ਲਾਈਕ ਅ ਵਿਨਰ, ਸਪੀਕ ਲਾਈਕ ਅ ਵਿਨਰ। ਸਾਨੂੰ ਗੁਰੂ ਸਾਹਿਬ ਸਿਖਾ ਗਏ ਯੂ ਹੈਵ ਟੂ ਸਪੀਕ ਲਾਈਕ ਅ ਵਿਨਰ। ਤੁਸੀਂ ਫਤਿਹ ਦੀ ਗੱਲ ਕਰਨੀ ਹੈ। ਜਦੋਂ ਫਤਿਹ ਦੀ ਫਤਿਹ ਬੁਲਾਓਗੇ ਤਾਂ ਫਤਿਹ ਦੇ ਵਾਰਿਸ ਬਣੋਗੇ। ਖਾਲਸਾ ਨੂੰ ਅੱਜ ਤੱਕ ਗੁਰੂ ਸਾਹਿਬ ਨੇ ਫਤਿਹ ਬਖਸ਼ੀ ਹੈ ਤੇ ਮੈਨੂੰ ਯਕੀਨ ਹੈ ਕਿ ਅੱਗੋਂ ਵੀ ਗੁਰੂ ਸਾਹਿਬ ਖਾਲਸੇ ਨੂੰ ਫਤਿਹ ਬਖਸ਼ਣਗੇ ਤੇ ਖਾਲਸਾ ਹਮੇਸ਼ਾ ਖਾਲਸੇ ਦਾ ਝੂਲ ਤੇ ਨਿਸ਼ਾਨ ਰਹੇ। ਪੰਥ ਮਹਾ ਰਾਜ ਕੇ। ਹੋਈਆਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।